एशिया टीवी ते आप सब का स्वागत है जी। मैं थोड़ा होस्ट नरिंदरजीत सिंह हीर प्रोग्राम गलबात लैके हाजिर हाँ। तो मेरे नाल रोजाना की तरह स्टूडियो शामिल हैं जसजीत सिंह जी धामी साहब। बहुत बहुत स्वागत है जी थोड़ा। बहुत धन्यवाद भाई साहब जी। ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਮਹਾਰਾਜ ਹੋਰ ਸੁਣਾਓ ਕਿਦਾਂ? ਬਹੁਤ ਵਧੀਆ ਭਾਜੀ। ਬਹੁਤ ਰਿਹਾ ਅੱਜ ਵੈਦਰ ਭਾਜੀ मतलब ਤੁਹਾਨੂੰ ਪਤਾ ਹੀ ਹੈ ਜੀ, ਬਸ ਵੈਦਰ ਨੇ ਪੂਰਾ ਕੰਮ ਤੀਤ ਰੱਖਿਆ ਸੀ। ਅੱਜ ਮੌਸਮ ਥੋੜਾ ਜਿਹਾ ਜ਼ਿਆਦਾ ਕੰਮ ਖਰਾਬ ਕਰ ਗਿਆ ਹੈ। ਰਾਤੀ ਸਨੋ ਜ਼ਿਆਦਾ ਪੈ ਗਈ। ਸਨੋ ਹਾਂਜੀ, ਜਿੱਦਾਂ ਡੰਪ ਆਫ ਸਨੋ ਸੀਗੀ ਜੀ। ਤੁਸੀਂ ਤਾਂ ਫਿਰ ਬਾਹਰ ਕੰਮ ਤੇ ਸੀ ਅੱਜ? ਹਾਂਜੀ ਬਿਲਕੁਲ ਕੰਮ ਤੇ ਸੀ। ਤੇ ਕੰਮ ਤੇ ਫਿਰ ਕਿੱਦਾਂ ਦੇ ਰਜੇਵੇਂ ਰਹੇ ਤੁਹਾਡੇ ਅੱਜ? ਰਜੇਵੇਂ ਬਸ ਜੀ ਕੀ ਕਹਿੰਦੇ ਹੁੰਦੇ ਵੀ ਹਾਂਜੀ ਪਰਨਾ ਮੋਢੇ ਤੇ ਰਿਹਾ ਜੀ। ਸਨੋ ਜ਼ਿਆਦਾ ਪੈ ਗਈ ਹੈ ਨਾ ਭਾਜੀ? ਹਾਂਜੀ ਸਨੋ ਚ ਕਾਫੀ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਆ। ਲੋਕਾਂ ਦਾ ਕੰਮਾਂ ਕਾਰਾਂ ਤੇ ਜਾਣਾ ਵੀ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਬਿਲਕੁਲ ਜੀ। ਜਿਹੜੇ ਮੈਂ ਇਹ ਕਹਿ ਸਕਦਾ ਧਾਮੀ ਸਾਹਿਬ ਕਿ 15-20% ਲੋਕੀ ਜਿਹੜੇ ਸੀ ਉਹ ਕੰਮਾਂ ਤੇ ਔਨ ਟਾਈਮ ਪਹੁੰਚੇ। ਹਾਂਜੀ 60% ਲੋਕੀ ਜਿਹੜੇ ਸੀ ਉਹ ਕੰਮ ਤੇ ਲੇਟ ਪਹੁੰਚੇ ਤੇ 20% ਕੰਮ ਤੇ ਲੋਕੀ ਨਹੀਂ ਪਹੁੰਚੇ। ਕੀ ਬਾਤ ਆ ਭਾਜੀ, ਪੂਰਾ ਤੁਸੀਂ ਤਾਂ ਸਰਵਾ ਕਰਤਾ। ਮਤਲਬ ਜਿੰਨਾ ਕਿ ਮੈਨੂੰ ਪਤਾ ਸੀ ਮੈਂ ਉਹ ਦੱਸਿਆ ਜੀ। ਮੈਂ ਦੇਖਿਆ ਭਾਜੀ ਕਾਫੀ ਜਿੱਦਾਂ ਵੀਡੀਓ ਵੀ ਵਾਇਰਲ ਹੋਈਆਂ, ਨਾਲ ਫੋਟੋਆਂ ਵੀ। ਹਾਂਜੀ ਤੇ ਟ੍ਰੈਫਿਕ ਨੂੰ ਬਹੁਤ ਪ੍ਰਭਾਵਿਤ ਹੋਇਆ। ਜਿੱਦਾਂ ਸਟਕ ਹੋ ਗਈਆਂ ਬੱਸਾਂ ਵੀ, ਕਾਰਾਂ ਵੀ, ਜਿੱਥੇ ਇੱਕ ਵਾਰੀ ਫਸ ਗਈਆਂ ਗੱਡੀਆਂ ਨਿਕਲਣੀਆਂ ਔਖੀਆਂ ਹੋ ਗਈਆਂ। ਬਿਲਕੁਲ ਧਾਮੀ ਸਾਹਿਬ, ਕਿਉਂਕਿ ਉਹਦਾ ਕਾਰਨ ਸੀਗਾ ਜਿਹੜਾ ਰੈਜ਼ੀਡੈਂਸ਼ੀਅਲ ਏਰੀਆ ਨਾ ਜੀ, ਉਹਨੂੰ ਸਾਫ਼ ਨਹੀਂ ਕਰਦੇ। ਜੀ ਜੀ ਜੀ। ਤੇ ਜੇ ਮੈਂ ਆਪਣੀ ਸਵੇਰੇ ਗੱਲ ਦੱਸਾਂ ਤਾਂ ਮੈਂ ਮਤਲਬ ਵਾਹਿਗੁਰੂ ਕਰਦਾ ਜੀ ਨਿਕਲਿਆ ਜੀ। ਤੇ ਮਤਲਬ ਮਸੀਂ ਕਹਿ ਲਓ ਵੀ ਗੱਡੀ ਸਟਕ ਹੋਣੋਂ ਵੱਜਦੀ ਮਤਲਬ ਪਹੁੰਚ ਗਿਆ। ਪਰ ਮੈਂ ਵੀ ਕੰਮ ਤੋਂ ਅੱਜ ਥੋੜਾ ਲੇਟ ਸੀਗਾ ਭਾਈ। ਛੋਟੀਆਂ ਗੱਡੀਆਂ ਵਾਲਿਆਂ ਨੂੰ ਜ਼ਿਆਦਾ ਪਰੇਸ਼ਾਨੀ ਆਈ ਆ। ਹਾਂਜੀ ਜਿੱਦਾਂ ਆਮ ਨਾਰਮਲ ਆਪਾਂ ਗੱਡੀਆਂ ਕਈ ਵਾਰੀ ਪਾਰਕਿੰਗ ਦੀ ਪ੍ਰੋਬਲਮ ਆਉਂਦੀ ਆ ਜਾਂ ਕਿਤੇ ਨਾ ਛੋਟੀਆਂ ਗੱਡੀਆਂ ਰੱਖੀਆਂ ਹੁੰਦੀਆਂ ਕਾਰਾਂ, ਉਹਨਾਂ ਲਈ ਵੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਭਾਜੀ ਮੈਂ ਅੱਜ ਦੇਖ ਰਿਹਾ ਸੀ ਇੱਕ ਅਪਾਰਟਮੈਂਟ ਬਿਲਡਿੰਗ ਕੋਲੋਂ ਲੰਘਿਆ ਜੀ, ਤੇ ਉਹਦੇ ਨਾਲ ਉਹਨਾਂ ਨੇ ਬਾਹਰ ਜਿਹੜੀਆਂ ਪਾਰਕਿੰਗ ਗੱਡੀਆਂ ਕੀਤੀਆਂ ਸੀਗੀਆਂ ਜੀ। ਤਾਂ ਹੁਣ ਉਹਦੇ ਅੱਗੇ ਵੀ 2-2 ਫੁੱਟ ਸਨੋ ਸੀਗੀ, ਪਿੱਛੇ ਵੀ ਤੇ ਸਾਈਡਾਂ ਤੇ ਜਦੋਂ ਸਨੋ ਸਾਫ਼ ਕੀਤੀ ਉਹ ਹੋਰ ਪਾਇਲ ਅਪ ਹੋ ਗਈ। ਉਹ ਵਾਹ ਜੀ। ਤੇ ਮਤਲਬ ਹੁਣ ਤੁਸੀਂ ਇਹ ਦੇਖੋ ਵੀ ਉਹਨਾਂ ਨੂੰ, ਮੈਨੂੰ ਨਹੀਂ ਲੱਗਦਾ ਵੀ 2-3-4 ਦਿਨ ਅਗਲੇ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਉਹ ਨਿਕਲਣਗੀਆਂ। ਜਾਣੀ ਕਿ ਹੁਣ ਭਾਜੀ ਇਹ ਵੀ ਹੈ ਨਾ ਵੀ ਰਾਤ ਨੂੰ ਜੇ ਜ਼ਿਆਦਾ ਮਾਈਨਸ ਚੱਲ ਜਾਂਦਾ ਆ ਹਾਂਜੀ ਤੇ ਉਹ ਫਿਰ ਬਰਫ਼ ਜੰਮ ਵੀ ਜਾਣੀ ਆ। ਬਿਲਕੁਲ ਜੀ। ਤੇ ਗੱਡੀਆਂ ਜਿੱਥੇ ਖੜੀਆਂ ਉੱਥੇ ਰਹਿ ਜਾਣੀਆਂ, ਨਾ ਉਹ ਪਿੱਛੇ ਹੋ ਸਕਦੀਆਂ ਨਾ ਅੱਗੇ ਹੋ ਸਕਣੀਆਂ, ਕਿਉਂਕਿ ਸਨੋ ਹੁਣ ਪਈ ਇਸ ਹਿਸਾਬ ਨਾਲ ਜੀ ਵੀ ਬਿਲਕੁਲ ਪੈਕ ਕੀਤੀਆਂ ਜਿੱਦਾਂ ਨਾ ਆਪਾਂ ਚੀਜ਼ ਪੈਕ ਕਰੀ ਦੀ ਆ। ਹਾਂਜੀ ਉਹ ਹਿਸਾਬ ਹੈ ਜੀ। ਠੀਕ ਹੈ ਜੀ। ਤੇ ਮਤਲਬ ਇਸ ਲੋਕਾਂ ਨੇ ਚਲੋ ਮੈਨੇਜ ਤਾਂ ਕੀਤਾ ਸਮਹਾਉ। ਹਰ ਇੱਕ ਬੰਦੇ ਨੇ ਕਿਸੇ ਨਾ ਕਿਸੇ ਤੋਂ ਰਾਈਡ ਲੈ ਲਈ ਜਾਂ ਕਿਸੇ ਨੂੰ ਸੱਦ ਲਿਆ ਜਾਂ ਕੋ ਵਰਕਰ ਨੂੰ ਕਹਿਤਾ ਵੀ ਤੇਰੇ ਕੋਲ ਟਰੱਕ ਹੈਗਾ, ਪਲੀਜ਼ ਕਮ ਐਂਡ ਪਿਕ ਮੀ ਅਪ ਜੀ। ਵੀ ਮਤਲਬ ਚਲੋ ਕੰਮ ਤਾਂ ਚੱਲ ਗਿਆ, ਪਰ ਇਹਦਾ ਇਫੈਕਟ ਜਿਹੜਾ ਅਗਲੇ 3-4 ਦਿਨ ਤੱਕ ਵੀ ਰਹੂਗਾ ਜੀ। ਪਰ ਹੀਰ ਸਾਹਿਬ ਮੈਂ ਇੱਕ ਗੱਲ ਦੇਖੀ ਆ ਵੀ ਸਿਟੀ ਨੇ ਕੁਛ ਏਰੀਏ 'ਚ ਤਾਂ ਸਫਾਈ ਕੀਤੀ ਆ, ਪਰ ਨਾਰਥ ਈਸਟ ਨੂੰ ਹਮੇਸ਼ਾ ਇਗਨੋਰ ਕੀਤਾ ਜਾਂਦਾ ਮੈਂ ਦੇਖਿਆ। ਦੇਖੋ ਮੈਂ ਤੁਹਾਡੀ ਗੱਲ ਸਹੀ ਆ, ਪਰ ਜਿਹੜੇ ਮੇਨ ਰੋਡ ਉਹਨਾਂ ਦੀ ਪ੍ਰਾਇੋਰਟੀ ਆ ਜੀ। ਹਾਂ ਜਿਹੜੇ ਮੇਨ ਰੋਡ ਜਿੱਦਾਂ ਹੁਣ ਸਰਕਲ ਸੀਗਾ, ਸੈਲਟਨ ਸਰਕਲ ਜਾਂ ਹੋਰ ਮੇਨ ਰੋਡ ਸੀਗੇ ਉਹ ਸਾਫ਼ ਸੀਗੇ, ਪਰ ਹੁਣ ਸਰਕਲ ਤੱਕ ਪਹੁੰਚਣਾ ਹੀ ਇੱਕ ਜਿਹੜਾ ਬਹੁਤ ਵੱਡਾ ਮਸਲਾ ਸੀ। ਤੇ ਜੇ ਹੁਣ ਇਥੋਂ ਘਰੋਂ ਨਿਕਲੂ ਤਾਂ ਸਰਕਲ 'ਚ ਜਾਊਗੀ, ਉੱਥੇ ਸੜਕ ਤੇ ਕਿਹੜਾ ਜਾ ਕੇ ਉਹਨਾਂ ਖੁੱਦੋ ਕੁੰਡੀ ਖੇਡਣਾ। ਮੈਂ ਉਹੀ ਕਹਿੰਦਾ ਜੀ, ਉਹ ਸਰਕਲ ਤੱਕ ਪਹੁੰਚਣਾ ਹੀ ਇੱਕ ਮਸਲਾ ਸੀ। ਹਾਂ ਬਸ ਇਹੀ ਗੱਲ ਹੈ ਨਾ ਜੀ। ਤੇ ਹੁਣ ਆਪਾਂ ਧਾਮੀ ਸਾਹਿਬ ਆਪਣੀਆਂ ਜਿਹੜਾ ਅਗਲ ਜ਼ਿੰਮੇਵਾਰੀ ਵਾਲਾ ਉਧਰ ਠੰਡ ਦੀਆਂ ਗੱਲਾਂ ਬਹੁਤ ਕਰ ਲਈਆਂ, ਹੁਣ ਗਰਮੀ ਵਾਲਾ ਆ ਜਾਓ। ਠੀਕ ਹੈ ਜੀ। ਧਾਮੀ ਸਾਹਿਬ ਆਮ ਆਦਮੀ ਪਾਰਟੀ ਦੇ ਨੇ ਕਿਹਾ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਬਹੁਤ ਹੀ ਗੈਰ ਜ਼ਿੰਮੇਵਾਰ ਆਗੂ ਹੈ ਜੀ। ਬਿਲਕੁਲ ਜੀ ਭਾਜੀ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਜਿਹੜੇ MLA ਸਾਹਿਬ ਹੈਗੇ ਆ, ਹਾਂਜੀ, ਤੇ ਉਹਨਾਂ ਨੇ ਇਹ ਬਿਆਨਬਾਜ਼ੀ ਕੀਤੀ ਹੈ ਜੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਿਹੜੇ ਭਾਰਤ ਦੇ ਆ ਹਾਂਜੀ ਉਹਨਾਂ ਤੇ। ਠੀਕ ਹੈ। ਉਹ ਕਹਿੰਦੇ ਵੀ ਲੋਕਾਂ ਦਾ ਧਿਆਨ ਜਿਹੜਾ ਆ ਉਹਨਾਂ ਨੇ ਡਿਵਾਈਡ ਕੀਤਾ ਹੋਇਆ। ਹਾਂਜੀ ਕਿਸਾਨੀ ਬਿੱਲਾਂ ਵਾਲਾ ਨੂੰ ਜ਼ਿਆਦਾ ਧਿਆਨ ਵਾ, ਤੇ ਜਿਹੜੀ ਬੇਰੁਜ਼ਗਾਰੀ ਆ ਜਾਂ ਲੋਕਾਂ ਦੇ ਕੋਲ ਕੰਮ ਹੈ ਨਹੀਂ, ਖਾਣ ਨੂੰ ਹੈ ਨਹੀਂਗਾ, ਜਾਂ ਕੋਈ ਰੁਜ਼ਗਾਰ ਦੇ ਸਾਧਨ ਹੈ ਨਹੀਂਗੇ ਕਿਸੇ ਤਰ੍ਹਾਂ ਦੇ ਵੀ ਜਿਹੜੇ ਛੋਟੇ ਜਿਹੜੇ ਬਿਜ਼ਨਸ ਆ ਉਹ ਵੀ ਬੰਦ ਪਏ ਆ, ਠੱਪ ਹੋ ਗਏ। ਜਾਣੀ ਕਿ ਲੋਕਾਂ ਦੇ ਵਿੱਚ ਅੱਗੇ ਵਾਲੀ ਤਾਕਤ ਨਹੀਂ ਰਹੀ। ਉਹਨਾਂ ਚੀਜ਼ਾਂ ਨੂੰ ਸਹਿਯੋਗ ਕਰਨ ਲਈ ਜਾਂ ਸਪੋਰਟ ਕਰਨ ਵਾਸਤੇ ਵੀ ਉਹ ਤਕੜੇ ਹੋ ਕੇ ਲੋਕੀ ਗਾਂ ਜੌਬਾਂ ਤੇ ਲੋਕਾਂ ਨੂੰ ਰੱਖ ਲੈਣ ਜਾਂ ਕੰਮਾਂ ਕਾਰਾਂ ਤੇ ਜਿੱਦਾਂ ਵੀ ਹੈ ਨਾ ਜੀ, ਵੀ ਉਹਨਾਂ ਚੀਜ਼ਾਂ ਵੱਲ ਧਿਆਨ ਲੋਕਾਂ ਦਾ ਡਿਵਾਈਡ ਕੀਤਾ ਪਿਆ ਉਹਨਾਂ ਨੇ। ਹਾਂਜੀ ਵੀ ਇੱਧਰ ਨੂੰ ਹੁਣ ਬਿੱਲਾਂ ਵੱਲ ਨੂੰ ਜ਼ਿਆਦਾ ਧਿਆਨ ਆ, ਤੇ ਲੋਕਾਂ ਨੇ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਆ ਜਾਂ ਸਾਰੇ ਲੋਕੀ ਭੁੱਖਮਰੀ ਨਾਲ ਕਰ ਰਹੇ ਆ, ਹਰ ਬੰਦਾ ਨਹੀਂ ਸੌਖੀ ਰੋਟੀ ਖਾ ਰਿਹਾ। ਬਿਲਕੁਲ ਸਹੀ। ਠੀਕ ਹੈ ਨਾ। ਉਹ ਚੀਜ਼ਾਂ ਨੂੰ ਉਹਨਾਂ ਨੇ ਜਿਹੜਾ ਹੈਗਾ ਵੀ ਧਿਆਨ ਜਿਹੜਾ ਆ ਉਹ ਹੁਣ ਇੱਧਰ, ਕਿਉਂਕਿ ਹੁਣ ਤਕਰੀਬਨ ਇਸ ਲਈ ਸਾਰੇ ਭਾਵੇਂ ਪ੍ਰਵਾਸੀ ਪੰਜਾਬੀ ਲਾ ਲਓ ਹਾਂਜੀ, ਭਾਵੇਂ ਉੱਥੇ ਪੰਜਾਬੀ ਲਾ ਲਓ, ਇਸ ਲਈ ਸਾਰਿਆਂ ਦਾ ਧਿਆਨ ਦਿੱਲੀ ਵਾਲਾ ਹੀ ਆ। ਬਿਲਕੁਲ ਜੀ। ਮੈਂ ਸ਼ੱਕ ਛੋਟੇ ਮੋਟੇ ਧਰਨੇ ਬਾਕੀ ਵੀ ਚੱਲੀ ਜਾਂਦੇ ਆ, ਸੜਕਾਂ ਬੰਦ ਕਰੀ ਜਾਂਦੇ, ਟੋਲ ਪਲਾਜ਼ੇ ਵੀ ਬੰਦ ਵਾ, ਪਰ ਉਹਨਾਂ ਚੀਜ਼ਾਂ ਨੂੰ ਮੈਂ ਦੇਖਦਾ ਵੀ ਲੋਕਾਂ ਦਾ ਧਿਆਨ ਸਿਰਫ ਇਹੀ ਆ ਵੀ ਦਿੱਲੀੋਂ ਹੁਣ ਜਿੱਤ ਕੇ ਕਦੋਂ ਸਾਡੇ ਬੰਦੇ ਮੁੜਦੇ ਆ ਤੇ ਕਿਹੜਾ ਫਰਮਾਨ ਨਵਾਂ ਹੁੰਦਾ। ਹਾਂਜੀ ਬਿਲਕੁਲ ਸਹੀ ਹੈ ਜੀ। ਠੀਕ ਹੈ ਨਾ ਜੀ।
ਇਸ ਕਰਕੇ ਮੈਨੂੰ ਇਹਨੇ ਇਸ ਚੀਜ਼ ਦਾ ਵੀ ਆ ਵੀ ਪ੍ਰਧਾਨ ਮੰਤਰੀ ਸਾਹਿਬ ਸੁਣਦੇ ਵੀ ਨਹੀਂ ਕਿਸੇ ਦੀ। ਉਹਨਾਂ ਦਾ ਇਹ ਹੈ ਜੀ ਮਾਈ ਵੇਜ਼ ਹਾਈਵੇ, ਜੋ ਮੈਂ ਕਹਤਾ ਉਹ ਸਹੀ ਆ, ਪਰ ਬਾਕੀ ਰਾਤ ਦਾ ਉਹਨਾਂ ਨੇ ਕੰਮ ਚੱਕ ਦਿੱਤਾ। ਮੁੰਡੇ ਲੱਖੇ ਉਹਨਾਂ ਨੇ, ਮੈਂ ਦੇਖਿਆ ਉਹਨੀ ਮੇਨ ਸੜਕਾਂ ਵੀ ਬੰਦ ਕਰਤੀਆਂ ਦਿੱਲੀ ਵਾਲੀਆਂ, ਜਿਹੜੀਆਂ ਐਂਟਰੀ ਵਾਲੀਆਂ। ਠੀਕ ਹੈ ਜੀ। ਰਾਤ ਸਾਰੀ ਉਹ ਲੱਗੇ ਰਿਹਾ ਟਰੈਕਟਰ ਪਾ ਕੇ। ਜਿਹੜੀਆਂ ਇਹਨਾਂ ਨੇ ਉਹ ਸੀਮਟ ਦੀਆਂ ਬੁਰਜੀਆਂ ਜੀਆਂ ਨਾਲ ਇਹਨਾਂ ਲਈ ਰਸਤਾ ਬੰਦ ਕੀਤਾ ਸੀ, ਉਹ ਹੁਣ ਹੀ ਲੋਕਾਂ ਲਈ ਕਰ ਦਿੱਤਾ ਹੁਣ ਖਿੱਚ ਖਿੱਚ ਕੇ। ਉਹ ਠੀਕ ਹੈ ਜੀ। ਤੇ ਹੁਣ ਆਵਾਜਾਈ ਵੀ ਠੱਪ ਦਿੱਤੀ ਜਾਊਗੀ। ਦੇਖੋ ਜੀ, ਜਿੱਦਾਂ ਇਹ ਬਿੱਲਾਂ ਨਾਲ ਕਿਸਾਨਾਂ ਦੇ ਜਿੱਦਾਂ ਕਹਿ ਲਓ ਵੀ ਧੌਣ ਤੇ ਗੋਡਾ ਰੱਖਿਆ ਸੀ, ਹੁਣ ਸਰਕਾਰ ਦੇ ਵੀ ਰੱਖਣਾ ਹੀ ਪੈਣਾ ਜੀ। ਜੀ ਜੀ ਜੀ। ਜਿੰਨਾ ਚਿਰ ਉਹਨਾਂ ਦਾ ਵੀ ਸਾਹ ਮਤਲਬ ਔਖਾ ਨਹੀਂ ਆਉਂਦਾ, ਉਹਨਾਂ ਚਿਰ ਫਿਰ ਗੱਲ ਨਹੀਂ ਬਣਨੀ, ਨਾ ਕਿਸੇ ਨੇ ਸੁਣਨਾ ਹੀ। ਮੈਂ ਨਾ ਇੱਕ ਬੰਦੇ ਦੀ ਵੀਡੀਓ ਦੇਖਦਾ ਸੀਗਾ ਜਵਾਨ ਦੀ, ਤਰਨ ਤੋਂ ਆ ਸ਼ਾਇਦ ਉਹ। ਹਾਂਜੀ। ਤੇ ਉਹ ਦਿੱਲੀ ਗਿਆ ਜੀ, ਕਹਿੰਦਾ ਵੀ 4 ਦਿਨ ਬਾਅਦ ਮੈਂ ਪਹੁੰਚਾਂ। ਠੀਕ ਹੈ ਜੀ। ਸਾਈਕਲ ਤੇ। ਹਾਂਜੀ। ਤੇ ਕਹਿੰਦੇ ਵੀ ਤੂੰ ਕੰਮ ਕੀ ਕਰਦਾ? ਕਹਿੰਦਾ ਮੈਂ ਮਜ਼ਦੂਰੀ ਕਰਦਾ। ਠੀਕ ਹੈ ਜੀ। ਠੀਕ ਹੈ ਜੀ। 2 ਮੇਰੇ ਬੇਟੇ ਆ ਕਹਿੰਦਾ। ਹਾਂਜੀ। ਤੇ ਮੇਰਾ ਡੈਡੀ ਆ। ਹਾਂਜੀ। ਮਦਰ ਉਹਨਾਂ ਦੀ ਐਕਸਪਾਇਰ ਹੋ ਗਿਆ 2 ਮਹੀਨੇ ਪਹਿਲਾਂ ਕਹਿੰਦਾ, ਤੇ ਇੱਕ ਮੇਰਾ ਬ੍ਰਦਰ ਆ। ਠੀਕ ਹੈ ਜੀ। ਲੇਕਿਨ ਅਸੀਂ ਦੋਨੇ ਹੀ ਕਹਿੰਦਾ ਦਿਹਾੜੀ ਕਰਦੇ ਆ, ਜਦੋਂ ਮਜ਼ਦੂਰੀ ਕਰਦੇ ਆ। ਹਾਂਜੀ। ਤੇ 2-3 ਦਿਨ ਮੈਂ ਹੁਣ ਇੱਥੇ ਰਹੂੰਗਾ, ਪਰ ਮੇਰੇ ਕੋਲ ਕਿਹੜਾ ਜ਼ਮੀਨ ਆ ਕਹਿੰਦਾ, ਪਰ ਮੈਂ ਤਾਂ ਵੀ ਮੇਰੇ ਮਨ 'ਚ ਸੀ, ਮੇਰੇ ਅੰਦਰੋਂ ਮੇਰੀ ਆਤਮਾ ਇਹ ਕਹਿੰਦੀ ਸੀ ਵੀ ਤੂੰ ਵੀ ਉਸ ਸੰਘਰਸ਼ ਤੇ ਜਾ ਕੇ ਹਿੱਸਾ ਬਣ ਤੇ ਆਪਣਾ ਯੋਗਦਾਨ ਪਾ। ਤੁਸੀਂ ਦੇਖੋ, ਇੱਕ ਦਿਹਾੜੀਦਾਰ ਬੰਦਾ ਜਿਹੜਾ ਡੇਲੀ ਉਹੀ ਕਮਾਉਂਦਾ ਤੇ ਉਹੀ ਖਾਂਦਾ, ਉਸ ਬੰਦੇ ਦੇ ਵਿੱਚ ਮਨ ਦੇ ਵਿੱਚ ਵੀ ਇੰਨਾ ਦਰਦ ਵਾ। ਬਿਲਕੁਲ। ਭਾਵੇਂ ਉਹ ਕਹਿੰਦਾ ਸਾਡੇ ਕੋਲ ਜ਼ਮੀਨ ਨਹੀਂ ਗਈ, ਪਰ ਇਹ ਆ ਵੀ ਮੈਨੂੰ ਅੰਦਰੋਂ ਆਵਾਜ਼ ਆਉਂਦੀ ਸੀ ਵੀ ਤੂੰ ਜਾ। ਹੁਣ 4 ਦਿਨ ਕਹਿੰਦਾ ਮੈਨੂੰ ਆਉਣ ਨੂੰ ਲੱਗੇ ਆ, 2-3 ਦਿਨ ਮੈਂ ਰਹੂੰਗਾ ਤੇ 4 ਦਿਨ ਮੈਨੂੰ ਜਾਣ ਨੂੰ ਲੱਗ ਜਾਣੇ ਆ। ਫਿਰ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਇਹ ਗੱਲ ਜਿਹੜੀ ਕਹਿੰਦੇ ਆ ਵੀ ਘਰ ਦਾ ਗੁਜ਼ਾਰਾ ਕਿੱਦਾਂ ਚੱਲੂਗਾ? ਕਹਿੰਦਾ ਵੀ ਦੇਖੋ 2-3 ਦਿਨ ਦਾ ਤਾਂ ਰਾਸ਼ਨ ਦਾ ਮੈਂ ਪ੍ਰਬੰਧ ਕਰਿਆ ਆ। ਹਾਂਜੀ। ਉਹਨਾਂ ਨੂੰ ਕਹੇ ਆ ਵੀ 2-4 ਦਿਨ ਮੈਨੂੰ ਉੱਧਰ ਹੀ ਲੱਗ ਜਾਣੇ ਆ ਨਾ। ਬਾਕੀ ਕਹਿੰਦਾ ਹੁਣ ਮੈਨੂੰ ਇੰਨਾ ਪਤਾ ਵੀ ਉਹ ਐਡਜਸਟ ਵੀ ਕਰ ਲੈਣਗੇ, ਮੇਰਾ ਛੋਟਾ ਭਰਾ ਵੀ ਕੰਮ ਕਰਦਾ ਹੀ ਆ। ਹਾਂਜੀ, ਥੋੜਾ ਬਹੁਤ ਚਲੋ। ਹਾਂ, ਵੀ 10 ਦਿਨਾਂ ਬਾਅਦ ਜਾ ਕੇ ਮੈਂ ਆਪਣਾ ਕੰਮ ਤੇ ਫੇਰ ਸ਼ੁਰੂ ਹੋ ਜਾਊਂਗਾ। ਤੁਸੀਂ ਦੇਖੋ ਵੀ ਰੋਜ਼ ਉਹੀ ਕਮਾਉਣਾ, ਉਹੀ ਖਾਣਾ। ਬੰਦਾ 4 ਦਿਨ ਰਸਤੇ 'ਚ ਰਿਹਾ, ਸ਼ਾਮੀ ਕੱਲ ਦਿੱਲੀ ਪਹੁੰਚਿਆ, 2-3 ਦਿਨ ਫੇਰ ਧਰਨੇ 'ਚ ਰਹਿਣਾ। ਠੀਕ ਹੈ ਜੀ। ਲੇਕਿਨ ਇਹ ਚੀਜ਼ ਦੀ ਬੜੀ ਵੱਡੀ ਤਾਕਤ ਆ ਇਸ ਅੰਦੋਲਨ ਵਾਸਤੇ। ਬਿਲਕੁਲ ਧਾਮੀ ਸਾਹਿਬ, ਜਿਹੜਾ ਇਹ ਜਾਗਦੀ ਜ਼ਮੀਰ ਵਾਲੇ ਲੋਕ ਹੈ ਨਾ ਜੀ, ਇਹ ਧਰਨਾ ਉਹਨਾਂ ਦੇ ਕਰਕੇ ਹੀ ਕਾਮਯਾਬ ਹੋਣਾ। ਬਿਲਕੁਲ। ਤੇ ਦੂਜਾ ਜਿਹੜਾ ਇਹਦਾ ਇੱਕ ਨਾਰਾ ਵੀ ਹੈ ਨਾ, ਕਿਸਾਨ ਮਜ਼ਦੂਰ ਏਕਤਾ। ਹਾਂ ਬਿਲਕੁਲ। ਉਹ ਜਿਹੜੀ ਉਹਨੂੰ ਪਾਵਰ ਜਿਹੜੀ ਜ਼ਿਆਦਾ ਜਿਹੜੀ ਹੈਗੀ ਆ ਉਹ ਮਿਲਦੀ ਹੈ। ਤੇ ਲੋਕਾਂ ਨੂੰ ਸਗੋਂ ਕਿ ਜਿਹੜੇ ਆਮ ਜਨਤਾ ਹੈਗੀ ਉਹਨਾਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ, ਕਿਉਂਕਿ ਅੱਜ ਨਹੀਂ ਪਰ ਆਉਣ ਵਾਲੇ 2-4-5 ਸਾਲਾਂ ਨੂੰ ਇਹ ਉਹਨਾਂ ਤੇ ਜ਼ਿਆਦਾ ਇਫੈਕਟ ਹੋਣਾ। ਬਿਲਕੁਲ ਭਾਜੀ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਕਿਸਾਨ ਤਾਂ ਚਲੋ ਫਿਰ ਜਿਹੜੀ ਚੀਜ਼ ਉਪਜਾਓ ਆਪਣੇ ਉਗਾਉਂਦਾ ਉਹ ਤਾਂ ਘਰੇ ਰੱਖ ਲਊਗਾ, ਪਰ ਜਿਹੜਾ ਕਿਸਾਨ ਜਾਂ ਮਜ਼ਦੂਰ ਜਿਹੜੇ ਆ ਉਹਨਾਂ ਤਾਂ ਹੁਣ ਉਹੀ ਕਮਾਉਣਾ, ਉਹੀ ਉਹ ਜੇ ਆਟਾ ਅੱਜ 5 ਰੁਪਏ ਜੇ ਉਹਨੇ 15 ਦਾ ਵੀ ਕਰਤਾ, ਲੈਣਾ ਤਾਂ ਪੈਣਾ ਹੀ ਹੈ। ਲੈਣਾ ਤਾਂ ਪੈਣਾ ਹੈ ਨਾ। ਬਿਲਕੁਲ ਭਾਜੀ, ਬਿਲਕੁਲ। ਸੋ ਧਾਮੀ ਸਾਹਿਬ, ਹੁਣ ਗੱਲ ਕਰਦੇ ਜੀ ਕਿਸਾਨ ਅੰਦੋਲਨ ਦੇ ਵਿੱਚ ਸਰਗਰਮ ਜਥੇਬੰਦੀਆਂ, ਜਿਹੜੇ ਕਿਸਾਨ ਜਥੇਬੰਦੀਆਂ, ਉਹਨਾਂ ਨੇ 5 ਮੈਂਬਰੀ ਕਮੇਟੀ ਬਣਾਈ ਹੈ। ਬਿਲਕੁਲ ਭਾਜੀ। ਇੱਕ ਨਾ ਇਹਨਾਂ ਨੂੰ ਫੇਰ ਸੱਦਾ ਪੱਤਰ ਆਇਆ ਜਥੇਬੰਦੀਆਂ ਨੂੰ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ, ਤੇ ਇੱਕ ਉਹਨਾਂ ਦੇ ਕੋਈ ਜਿਹੜਾ ਹੈਗਾ ਲੈਟਰ ਭੇਜੀ ਆ। ਹਾਂਜੀ। ਜਿੱਦਾਂ ਅੱਗੇ ਭੇਜੀ ਸੀ ਵਰਕਿਆਂ ਦੀ, ਉਹਦੇ ਤੇ ਵਿਚਾਰ ਕੀਤੀ ਗਈ। ਫਿਰ ਕੱਲ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਇੱਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਜੀ। ਠੀਕ ਹੈ ਜੀ। 5 ਮੈਂਬਰੀ ਕਮੇਟੀ ਹੁਣ ਫੈਸਲਾ ਲਊਗੀ, ਤੇ ਅੱਜ ਦੁਪਹਿਰੋਂ ਬਾਅਦ ਜਿੱਦਾਂ ਉੱਥੇ ਦੇ ਟਾਈਮ ਮੁਤਾਬਕ ਹੈ ਨਾ, 23 ਤਰੀਕ ਹੋ ਗਈ ਆ, ਉਹਦੇ ਮੁਤਾਬਕ ਉਹ ਫਿਰ ਉਹ ਦੱਸਣਗੇ ਵੀ ਅਸੀਂ ਮੀਟਿੰਗ 'ਚ ਹਿੱਸਾ ਲੈਣਾ, ਉਹਨਾਂ ਨਾਲ ਗੱਲ ਕਰਨੀ ਕਿ ਨਹੀਂ ਕਰਨੀ। ਠੀਕ ਹੈ ਜੀ। ਹੁਣ ਇਸ ਲਈ 31 ਜਥੇਬੰਦੀਆਂ ਜਿਹੜੀਆਂ ਆ ਉੱਥੇ, ਉਹਨਾਂ ਵਿੱਚੋਂ 5 ਮੈਂਬਰੀ ਕਮੇਟੀ ਬਣਾਈ ਗਈ ਆ। ਠੀਕ ਹੈ ਜੀ। ਤੇ ਉਹਦੇ ਵਿੱਚ ਉਹਨਾਂ ਨੇ ਭਾਜੀ ਕੁਝ ਫੈਸਲੇ ਲਏ ਆ ਮੀਟਿੰਗ ਦੇ ਵਿੱਚ, ਜਿਹੜੇ ਹੈ ਨਾ। ਇੱਕ ਤਾਂ ਭਾਜੀ ਉਹਨਾਂ ਨੇ ਕਿਹਾ ਵੀ 23 ਦਸੰਬਰ ਨੂੰ, ਕੱਲ ਨੂੰ ਜਾਣੀ ਸਵੇਰੇ ਜਿੱਦਾਂ, ਕੁਝ ਵੱਡੇ ਸਾਹਿਬਜ਼ਾਦਿਆਂ ਦੇ ਜਿਹੜੇ ਹੈਗੇ ਆ, ਤੇ 26-27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਦਿਹਾੜਾ ਆ, ਬਿਲਕੁਲ ਜੀ, ਉਹ ਮਨਾਇਆ ਜਾਊਗਾ ਸਿੰਘੂ ਤੇ ਟਿਕਰੀ ਸਰਹੰਦ ਦੇ ਉੱਤੇ ਸ਼ਰਧਾ ਪੂਰਵਕ। ਠੀਕ ਹੈ ਜੀ। ਠੀਕ ਹੈ ਜੀ। ਇੱਕ 25, 26 ਅਤੇ 27 ਨਵੰਬਰ ਨੂੰ ਹਰਿਆਣਾ ਦੇ ਜਿਹੜੇ ਟੋਲ ਪਲਾਜ਼ੇ ਆ ਉਹ ਕਹਿੰਦੇ ਖੋਲ ਦਿੱਤੇ ਜਾਣਗੇ। ਠੀਕ ਹੈ ਜੀ। ਵੀ ਜਿਹੜੇ ਹੁਣ ਰੋਕੇ ਹੋਏ ਬੰਦ ਕੀਤੇ ਆ ਨਾ, ਉਹਨਾਂ ਨੂੰ ਪਲਾਜ਼ਿਆਂ ਨੂੰ ਫ੍ਰੀ ਕਰ ਦਿੱਤਾ ਜਾਊਗਾ। ਠੀਕ ਹੈ ਜੀ। ਕਿਸਾਨ ਆਗੂਆਂ ਨੇ ਇੰਗਲੈਂਡ ਦੇ ਜਿਹੜੇ MP ਆ ਨਾ ਜੀ, ਤਨਮਨਜੀਤ ਸਿੰਘ ਢੇਸੀ ਅਤੇ ਹੋਰ ਪੰਜਾਬੀ ਲੀਡਰਸ਼ਿਪ ਨੂੰ ਵੀ ਅਪੀਲ ਕੀਤੀ ਆ ਵੀ ਜਿਹੜੇ ਬ੍ਰਿਟੇਨ ਦੇ ਆ ਰਹੇ ਆ ਪ੍ਰਧਾਨ ਮੰਤਰੀ ਸਾਹਿਬ, ਝੰਡਾ ਲਹਿਰਾਉਣ, ਬੋਰਿਸ ਜੌਨਸਨ ਜਿਹੜੇ ਆ, ਵੀ ਉਹਨਾਂ ਦੇ ਉੱਤੇ ਦਬਾਅ ਪਾਇਆ ਜਾਵੇ ਵੀ ਉਹ ਪੰਜਾਬ ਦੇ ਵਿੱਚ ਆਪਣੇ ਦਿੱਲੀ ਚ ਆ ਕੇ ਝੰਡਾ ਨਾ ਲਹਿਰਾਉਣ। ਠੀਕ ਹੈ। ਵੀ ਉਹਨਾਂ ਤੇ ਆਪਣਾ ਦਬਾਅ ਬਣਾਓ। ਠੀਕ ਹੈ। ਇੱਕ ਉਹਨਾਂ ਨੇ ਕਿਹਾ ਵੀ ਉਹ ਜਿਹੜੀਆਂ ਬਾਹਰਲੀਆਂ ਅੰਬੈਸੀਆਂ ਆ ਉਹਨਾਂ ਦਾ ਵੀ ਹੁਣ ਕਾਂ ਘਰਾਓ ਕਰੋ। ਠੀਕ ਹੈ। ਠੀਕ ਹੈ ਜੀ। ਉਹਨਾਂ ਨੇ ਜਿਹੜੇ ਇਹ ਕੀਤਾ ਹੈ ਨਾ। ਹਾਂਜੀ ਹਾਂਜੀ। ਇੱਕ ਹੋਰ ਉਹਨਾਂ ਨੇ ਕਿਹਾ ਵੀ ਭਾਜਪਾ ਆਗੂਆਂ ਨੂੰ ਅਸੀਂ ਚੇਤਾਵਨੀ ਦੇਣ ਵਾਸਤੇ ਉਹਨਾਂ ਨੂੰ ਜਿਹੜੇ ਆ ਵੀ ਜਿੱਦਾਂ ਕਹਿ ਸਕਦੇ ਆ ਵੀ ਪੱਤਰ ਜਿਹੜੇ ਆ, ਚੇਤਾਵਨੀ ਪੱਤਰ ਜਿਹੜੇ ਆ ਉਹ ਦੇਵਾਂਗੇ। ਠੀਕ ਹੈ ਜੀ। ਹੁਣ
27 ਦਿਨ ਹੋ ਗਏ ਭਾਜੀ ਡਟਿਆਂ ਨੂੰ, ਅੱਜ 28ਵਾਂ ਦਿਨ ਜਿੱਦਾਂ ਕਹਿ ਸਕਦੇ ਹਾਂ, ਪਰ ਹਜੇ ਤੱਕ ਕੇਂਦਰ ਸਰਕਾਰ ਨੇ ਕਿਸੇ ਪਾਸੇ ਗੱਲ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂਜੀ, ਬੇਸ਼ੱਕ ਆਪਾਂ 25 ਤਰੀਕ ਦੀ ਗੱਲ ਕੀਤੀ ਸੀ ਕੱਲ। ਹਾਂਜੀ, 25 ਦਸੰਬਰ ਨੂੰ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਗੱਲ ਕਰੂੰਗਾ, ਮਿਲੂੰਗਾ। ਹਾਂਜੀ, ਪਰ ਉਹਦੀ ਜਿਹੜੀ ਮਿਲਣੇ ਦੀ ਆ ਗੱਲਬਾਤ ਵਾ ਤੇ ਉਹ ਅੱਜ ਤੈਅ ਹੋਣੀ ਆ ਭਾਜੀ। ਉਹ ਠੀਕ ਹੈ ਵੀ ਉਹਨੇ ਮਿਲਣਾ ਕਿ ਨਹੀਂ ਮਿਲਣਾ। ਹਾਂਜੀ ਹਾਂਜੀ, ਹੁਣ ਗੱਲ ਆ ਜਾਂਦੀ ਆ ਫਿਰ ਉੱਥੇ ਹੀ ਵੀ ਇਸ ਲਈ ਯੂਥ ਜਿਹੜਾ ਆ ਉਹ ਸਰਗਰਮ ਬਹੁਤ ਆ। ਹੁਣ ਕੱਲੀਆਂ ਕਿਸਾਨ ਜਥੇਬੰਦੀਆਂ ਤੇ ਨਹੀਂ ਗੱਲ ਰਹਿ ਗਈ। ਹਾਂਜੀ, ਹੁਣ ਜਿਹੜੀ ਆਮ ਪਬਲਿਕ ਆ ਉੱਥੇ ਸਾਰੀ ਪਹੁੰਚੀ ਹੋਈ ਆ। ਹਾਂਜੀ, ਜਾਂ ਆਪਾਂ ਕਹਿ ਸਕਦੇ ਆ ਯੂਥ ਵਾ, ਜਾਂ ਆਪਾਂ ਕਹਿ ਸਕਦੇ ਆ ਵੀ ਹਰ ਵਰਗ ਵਾ। ਹਾਂਜੀ, ਜਿਹਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਬਜ਼ੁਰਗ ਵੀ ਆ, ਸਾਰੇ ਹੀ ਆ ਨਾ ਜੀ। ਠੀਕ ਹੈ ਜੀ। ਤੇ ਆਪਣੇ ਉਹਨਾਂ ਦਾ ਹੁਣ ਸਾਰਿਆਂ ਦਾ ਜਿਹੜਾ ਸਮਰਥਨ ਆ ਤੇ ਕਿਸਾਨ ਜਥੇਬੰਦੀਆਂ ਦਾ ਜਿਹੜਾ ਫੈਸਲਾ ਆ ਉਹ ਅਟੱਲ ਤਾਂ ਸਮਝਦੇ ਆ। ਹਾਂਜੀ, ਪਰ ਗੱਲ ਇਹ ਆ ਵੀ ਉਹਨਾਂ ਨਾਲ ਵੀ ਵਿਚਾਰ ਸਾਂਝੇ ਕਰਨੇ ਹੀ ਪੈਂਦੇ ਆ ਇਸ ਲਈ। ਹਾਂਜੀ, ਜਿਹੜੇ ਕੁਝ ਬੰਦੇ ਮੋਤਬਰ ਨਾਲ ਹੈਗੇ ਆ। ਹਾਂਜੀ ਹਾਂਜੀ, ਇਸ ਕਰਕੇ ਹੁਣ ਦੇਖਦੇ ਆ ਅੱਜ ਦੁਪਹਿਰੋਂ ਬਾਅਦ ਫੇਰ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਣੀ ਆ, ਉਹਦੇ ਵਿੱਚ ਉਹਨਾਂ ਨੇ ਫੇਰ ਕੁਝ ਫੈਸਲੇ ਲੈਣੇ ਆ ਵੀ ਇੱਕ ਤਾਂ ਮੀਟਿੰਗ ਤੇ ਜਾਣ ਦੇ ਜਾਂ ਹੋਰ। ਹੁਣ ਉਹਦੇ ਬਾਰੇ ਹਜੇ ਆਪਾਂ ਕੁਝ ਕਹਿ ਨਹੀਂ ਸਕਦੇ। ਬਿਲਕੁਲ ਧਾਮੀ ਸਾਹਿਬ, ਹੁਣ ਇਹ ਜਿਹੜਾ ਬੇਸਿਕਲੀ ਕਿਸਾਨਾਂ ਦਾ ਇਕੱਲਾ ਸੰਘਰਸ਼ ਨਹੀਂ ਰਿਹਾ ਜੀ, ਪੂਰੇ ਜਿੱਦਾਂ ਮੁਲਕ ਦਾ ਸੰਘਰਸ਼ ਹੋ ਗਿਆ। ਬਿਲਕੁਲ ਭਾਜੀ, ਬਿਲਕੁਲ। ਤੇ ਧਾਮੀ ਸਾਹਿਬ ਫਤਿਆਬਾਦ ਤੋਂ ਧੀਆਂ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਆ ਜੀ, ਤੇ ਉਹ ਕਹਿੰਦੇ ਵੀ ਐਵੇਂ ਜਿੱਤੇ ਕਦੋਂ ਅੜੇ ਹੋ। ਹਾਂ ਬਿਲਕੁਲ ਭਾਜੀ, ਇਹ ਮੈਂ ਚਿੱਠੀ ਪੜ੍ਹੀ ਆ। ਹਾਂਜੀ, ਹਿੰਦੀ ਵਿੱਚ ਲਿਖੀ ਹੋਈ ਆ। ਠੀਕ ਹੈ। ਤੇ ਉਹ ਧੀਆਂ ਨੇ ਕਿਹਾ ਵੀ ਹਰ ਵੇਲੇ ਜਦੋਂ ਵੀ ਕਿਤੇ ਹਫ਼ਤੇ 'ਚ 2-3 ਵਾਰੀ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਕਹਿ ਦਿੰਦੇ ਆ ਵੀ ਮੈਂ ਮਨ ਕੀ ਬਾਤ ਕਰੂੰਗਾ। ਹਾਂਜੀ, ਵੀ ਹੁਣ ਕਿਸਾਨਾਂ ਦੀ ਜਿਹੜੀ ਮਨ ਦੀ ਬਾਤ ਆ ਉਹ ਵੀ ਸੁਣ ਲੈਣ। ਬਿਲਕੁਲ ਸਹੀ ਗੱਲ ਹੈ। ਠੀਕ ਹੈ ਨਾ ਜੀ। ਹਾਂਜੀ, ਲੇਕਿਨ ਉਹ ਕਹਿੰਦੇ ਵੀ ਇਹ ਟੱਸ ਤੇ ਮੱਸ ਨਹੀਂ ਹੋਏ। ਕਿੰਨੇ ਪਰਿਵਾਰਾਂ ਦੇ ਜਿਹੜੇ ਮੁਖੀ ਆ ਇੱਥੇ ਧਰਨੇ ਦੌਰਾਨ ਜਾਂ ਐਕਸੀਡੈਂਟਾਂ ਦੌਰਾਨ ਚੜ੍ਹਾਈ ਕਰ ਗਏ ਆ। ਹਾਂਜੀ, ਉਹ ਬੱਚੇ ਅਨਾਥ ਹੋ ਗਏ ਆ। ਬਿਲਕੁਲ, ਆਪਣੇ ਬਾਪ ਤੋਂ ਬਗੈਰ, ਹੈ ਨਾ ਜੀ। ਹਾਂਜੀ ਹਾਂਜੀ, ਭਾਵੇਂ ਸਾਰਾ ਪਰਿਵਾਰ ਹੁੰਦਾ, ਜਿਹੜਾ ਬਾਪ ਦਾ ਪਿਆਰ ਸਿਰ ਤੇ ਹੁੰਦਾ ਭਾਜੀ ਉਹ ਅਲੱਗ ਹੁੰਦਾ। ਬਿਲਕੁਲ ਸਹੀ ਗੱਲ ਹੈ। ਇਹ ਉਹਨਾਂ ਦੇ ਜਾਣ ਤੋਂ ਬਾਅਦ ਬੱਚਿਆਂ ਨੂੰ ਮਹਿਸੂਸ ਹੋਇਆ ਹੋਊਗਾ। ਹਾਂਜੀ ਹਾਂਜੀ, ਬਿਲਕੁਲ। ਉਹ ਕਹਿੰਦੇ ਵੀ ਜੇ ਇਹ ਨਹੀਂ ਇਦਾਂ ਕਹਿਣਗੇ ਤੇ ਇਹ ਜਿੱਦ ਨਹੀਂ ਛੱਡਦੇ ਜੇ, ਹਾਂਜੀ, ਤੇ ਫਿਰ ਧੀਆਂ ਆਪਣਾ ਹੱਕ ਲੈਣ ਲਈ ਵੀ ਹੁਣ ਬਾਰਡਰ ਤੇ ਹੋਰ ਪਹੁੰਚ ਜਾਣਗੀਆਂ। ਠੀਕ ਹੈ ਜੀ। ਜਾਨੀ ਕਿ ਹੁਣ ਇਹ ਆਪਾਂ ਗੱਲ ਤੋਂ ਸੋਚਦੇ ਆ ਵੀ ਕਿਉਂਕਿ ਹਿੱਸੇਦਾਰ ਤਾਂ ਧੀਆਂ ਵੀ ਬਰਾਬਰ ਦੀਆਂ ਹੀ। ਬਿਲਕੁਲ ਸਹੀ ਗੱਲ ਹੈ ਜੀ। ਠੀਕ ਹੈ ਨਾ ਜੀ। ਹਾਂਜੀ, ਫਿਰ ਉਹਨਾਂ ਨੇ ਇੱਕ ਹੋਰ ਜਿਹੜੀ ਗੱਲ ਕਹੀ ਆ ਵੀ ਹੁਣ ਜੇ ਸਰਕਾਰਾਂ ਇਸ ਜਿੱਦ ਤੇ ਅੜੀਆਂ ਰਹੀਆਂ, ਹਾਂਜੀ, ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਵੀ ਹਾਲਾਤ ਹੋਰ ਖਰਾਬ ਵੀ ਹੋ ਸਕਦੇ ਆ। ਠੀਕ ਹੈ, ਕਿਉਂਕਿ ਹੁਣ ਰਾਤ ਨੂੰ ਭਾਵੇਂ ਪਹਿਰਾ ਦਿੱਤੇ ਜਾਂਦਾ ਆ ਉੱਥੇ ਸਾਰਾ ਕੁਛ ਆ, ਪਰ ਜਿੱਦਾਂ ਦੀ ਠੰਡ ਵਧੀ ਜਾਂਦੀ ਆ ਬਜ਼ੁਰਗਾਂ ਵਾਸਤੇ ਉਹਨਾਂ ਨੇ ਮੇਨ ਗੱਲ ਜਿਹੜੀ ਕਹੀ ਵੀ ਇਸ ਉਮਰ ਦੇ ਵਿੱਚ ਉਹਨਾਂ ਨੂੰ ਘਰ ਬੈਠਣ ਦਾ ਸੀਗਾ ਸਮਾਂ ਟਾਈਮ ਸੀ, ਉਹਨਾਂ ਦੇ ਘਰ ਬੈਠਣ ਦਾ ਟਾਈਮ ਸੀ। ਤੇ ਲੇਕਿਨ ਉਹ ਇਦਾਂ ਦੀ ਠਰ ਦੇ ਵਿੱਚ ਆਪਣੇ ਵਿਚਾਰੇ ਬਾਹਰ ਉੱਥੇ ਗਏ ਉਹ ਪਹੁੰਚੇ ਹੈ ਨਾ ਜੀ। ਲੇਕਿਨ ਉਹ ਬੜਾ, ਮੈਂ ਜਦੋਂ ਪੜ੍ਹੀ ਚਿੱਠੀ ਹੀਰ ਸਾਹਿਬ ਮੈਂ ਖੁਦ ਭਾਵੁਕ ਹੋ ਗਿਆ। ਬੱਚਿਆਂ ਨੇ ਇਸ ਹਿਸਾਬ ਨਾਲ ਲਿਖੀ। ਬਿਲਕੁਲ, ਤੇ ਉਹ ਲਫ਼ਜ਼ ਜਿੱਦਾਂ ਬੱਚਿਆਂ ਦੇ ਤੁਹਾਨੂੰ ਪਤਾ ਪੜ੍ਹਦੇ ਜਿਹੜੇ ਬੱਚੇ ਉਹ ਲਫ਼ਜ਼ ਇਹੋ ਜਿਹਾ ਲਿਖਦੇ ਆ ਕਿਉਂਕਿ ਉਹਨਾਂ ਦੇ ਅੰਦਰ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ। ਜੋ ਲਿਖਣਾ ਉਹ ਮਨ ਦੀ ਗੱਲ ਹੀ ਲਿਖਣੀ ਆ। ਬਿਲਕੁਲ, ਮਨ ਕੀ ਬਾਤ ਹੈ। ਹਾਂ, ਮਨ ਕੀ ਬਾਤ ਹੀ ਹੋਗੀ ਨਾ ਜੀ। ਇਸ ਕਰਕੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਪ੍ਰਧਾਨ ਮੰਤਰੀ ਸਾਹਿਬ ਹੋਰ ਤਾਂ ਹੁਣ ਤੁਸੀਂ ਕਿਸੇ ਦੀ ਨਹੀਂ ਹਜੇ ਤੱਕ ਸੁਣੀ, ਚਲੋ ਧੀਆਂ ਦੀ ਸੁਣ ਲਓ। ਬਿਲਕੁਲ ਜੀ, ਬਿਲਕੁਲ। ਤੁਸੀਂ ਜਿਹੜੇ ਬੱਚੇ ਆ ਉਹਨਾਂ ਦੀ ਗੱਲ ਹੀ ਸੁਣੋ। ਹਾਂ, ਉਹਨਾਂ ਦੀ ਜ਼ਰੂਰ ਸੁਣ ਲਓ। ਹੋ ਸਕਦਾ ਕਿਤੇ ਮਨ ਸਮੱਤਿਆ ਤੁਹਾਡੇ ਪੈ ਜਾਏ। ਉਹ ਲੈਟਰ ਪੜ੍ਹ ਲਿਓ ਚੰਗੀ ਤਰ੍ਹਾਂ, ਜੋ ਕੁਛ ਤੁਹਾਨੂੰ ਉਹਨਾਂ ਨੇ ਬੱਚਿਆਂ ਨੇ ਲਿਖਿਆ, ਆਪਣਾ ਦਰਦ ਲਿਖਿਆ, ਆਪਣੀ ਦਿਲ ਦੀ ਗੱਲ ਸੁਣਾਈ ਆ ਤੁਹਾਨੂੰ, ਤੇ ਹੋ ਸਕਦਾ ਤੁਹਾਡਾ ਮਨ ਜਿਹੜਾ ਪਸੀਜ ਜਾ ਸੁਣ ਕੇ ਪਿਘਲ ਜੇ, ਥੋੜਾ ਜਿਹਾ ਪਸੀਜ ਜੇ। ਤੇ ਧਾਮੀ ਸਾਹਿਬ ਫਲਾਈਟਾਂ ਰੱਦ ਹੋਣ ਕਰਕੇ ਯੂਕੇ ਤੋਂ ਜਿਹੜੇ ਯੂਕੇ ਦੇ ਵਿੱਚ ਕੈਨੇਡੀਅਨ ਫਸੇ ਹੋ ਉਹਨਾਂ ਨੇ ਆਪਣੀ ਕਹਿੰਦੇ ਦੁੱਖ ਸੁਣਾਇਆ ਜੀ। ਬਿਲਕੁਲ ਭਾਜੀ, ਅੱਜ ਖਬਰ ਪੜ੍ਹੀ ਆ ਮੈਂ, ਦੇਖਿਆ ਤੇ ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਅਚਨਚੇਤ, ਜਿੱਦਾਂ ਨਾ ਕਿ ਹੁਣ ਰਾਤੀ ਜਿੱਦਾਂ ਸਨੋਅ ਪੈ ਗਈ ਅਚਨਚੇਤ, ਇਦਾਂ ਹੀ ਉਹ ਕਹਿੰਦੇ ਫਲਾਈਟਾਂ 72 ਦਿਨ ਲਈ ਰਾਈਟ ਵੀ ਬੰਦ ਕੀਤੀਆਂ ਗਈਆਂ। ਠੀਕ ਹੈ, ਤਾਂ ਹੀ ਬੰਦੇ ਇੰਨੇ ਸਟਾਕ ਹੋ ਗਏ। 6300 ਬੰਦੇ ਦੀ ਐਸਟੀਮੇਟ ਜਿਹਾ ਹੈਗਾ। ਹਾਂਜੀ ਹਾਂਜੀ, ਠੀਕ ਹੈ ਜੀ। ਸਭ ਤੋਂ ਵੱਧ ਜਿਹੜੇ ਆ ਉਹ ਟੋਰਾਂਟੋ ਏਰੀਏ ਦੇ ਆ ਜੀ ਉੱਧਰਲੇ। ਠੀਕ ਹੈ, ਤੇ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਸੀਗਾ, ਅਸੀਂ ਤਾਂ ਉਸ ਹਿਸਾਬ ਨਾਲ ਆ ਰਹੇ ਸੀਗੇ ਵੀ ਜਿਸ ਹਿਸਾਬ ਨਾਲ ਜੇ ਮੰਨ ਲਓ ਇਹ 72 ਦਿਨਾਂ ਤੋਂ ਘੰਟਿਆਂ ਤੋਂ ਬਾਅਦ ਇਹ ਲੋਕਡਾਊਨ ਜਿਹੜਾ ਆਪਣੇ ਇਹਨਾਂ ਨੇ ਫਲਾਈਟਾਂ ਬੰਦ ਕੀਤੀਆਂ ਜੇ ਵਧਾ ਦਿੰਦੇ ਆ ਤਾਂ ਉਹ ਕਹਿੰਦੇ ਕ੍ਰਿਸਮਸ ਤਾਂ ਸਾਡੀ ਫਿਰ ਰਹਿ ਗਈ ਮਨਾਉਣੀ। ਹਾਂਜੀ, ਕਿਉਂਕਿ ਹਰ ਬੰਦਾ ਕ੍ਰਿਸਮਸ ਵਾਲੇ ਦਿਨ ਚਾਹੁੰਦਾ ਵੀ ਆਪਣੇ ਪਰਿਵਾਰ 'ਚ ਹੋਈਏ, ਹੈ ਨਾ ਜੀ। ਇਹ ਵੀ ਇੱਕ ਬੜਾ ਵੱਡਾ ਤਿਉਹਾਰ ਮਨਾਉਂਦੇ ਆ ਆਪਣੇ ਬੰਦੇ, ਹੁਣ ਤਾਂ ਪਰਿਵਾਰ ਸਾਰੇ ਹੀ ਬਣਾਉਂਦੇ ਹੈ ਨਾ। ਬਿਲਕੁਲ ਜੀ। ਤੇ ਇਸ ਕਰਕੇ ਉਹ ਚੀਜ਼ ਮੈਂ ਵੀ ਪੜ੍ਹੀ ਆ ਤੇ ਦੇਖੀ ਵੀ ਆ, ਉਹਨਾਂ ਦੇ ਫੋਟੋਆਂ ਪਾਈਆਂ ਸੋਸ਼ਲ ਮੀਡੀਆ ਤੇ ਜ਼ਿਆਦਾ। ਹਰ ਬੰਦੇ ਨੇ ਤਕਰੀਬਨ ਜਿਹੜੇ ਉੱਥੇ ਫਸੇ ਹੋ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਕਮੈਂਟ ਕੀਤੇ ਆ ਭਾਜੀ। ਬਿਲਕੁਲ ਜੀ। ਤੇ ਹੁਣ ਦੇਖੋ 72 ਘੰਟਿਆਂ ਦੇ ਬਾਅਦ ਫਲਾਈਟਾਂ ਮੁੜ ਕੇ ਸ਼ੁਰੂ ਹੁੰਦੀਆਂ ਕਿ ਨਹੀਂ ਹੁੰਦੀਆਂ, ਤੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਵੀ ਬਾਰਡਰ ਹੁਣ ਖੋਲ੍ਹ ਦੇਣੇ ਕਿ ਨਹੀਂ ਖੋਲ੍ਹਣੇ, ਇਹ ਹੁਣ ਉਹਨਾਂ ਤੇ ਡਿਪੈਂਡ ਆ ਜੀ। ਠੀਕ ਹੈ ਜੀ।
ਵੈਸੇ ਵੀ ਧੰਮ ਸਾਹਿਬ ਅੱਜ ਕੱਲ ਜਿਹੜਾ ਨਾ ਸੋਸ਼ਲ ਮੀਡੀਆ ਉਹ ਜ਼ਿਆਦਾ ਸਰਗਰਮ ਹੈ ਜੀ। ਹਾਂਜੀ। ਦੂਜਾ ਆਮ ਜਿਹੜੇ ਮੀਡੀਆ ਨਾ ਉਹਦੇ ਨਾਲੋਂ ਛੇਤੀ ਪਹਿਲਾਂ ਖਬਰ ਸੋਸ਼ਲ ਮੀਡੀਆ ਤੇ ਮਤਲਬ ਜਿਹੜੀ ਆ ਉਹ ਵਾਇਰਲ ਹੋ ਜਾਂਦੀ। ਬਿਲਕੁਲ ਜੀ। ਤੇ ਧੰਮ ਸਾਹਿਬ ਟਰੰਪ ਸਾਹਿਬ ਨੇ ਚੀਨ ਤੇ ਰੂਸ ਨੂੰ ਝਟਕਾ ਦਿੱਤਾ ਜੀ। 103 ਜਿਹੜੀਆਂ ਅਦਾਰੇ ਆ ਉਹਨਾਂ ਤੇ ਪਾਬੰਦੀ। ਇਹ ਭਾਜੀ ਬੜੀ ਗੱਲ, ਮੈਂ ਜਦੋਂ ਖਬਰ ਪੜ੍ਹੀ ਤਾਂ ਮੈਨੂੰ ਹਾਸਾ ਜਿਹਾ ਵੀ ਆ ਗਿਆ ਵੀ ਬੰਦਾ ਹਜੇ ਵੀ ਜਾਣ ਲੱਗਾ ਝਟਕੇ ਦੇ ਹੀ ਜਾ ਰਿਹਾ ਹੈ ਨਾ। ਠੀਕ ਹੈ, ਮੈਂ ਇਸ ਚੀਜ਼ ਨੂੰ ਦੇਖ ਕੇ ਹੈਰਾਨ ਸੀ ਵੀ ਟਰੰਪ ਸਾਹਿਬ ਨੇ ਪਹਿਲਾਂ ਕੁਝ ਕੰਪਨੀਆਂ ਬੰਦ ਕੀਤੀਆਂ ਸੀ ਜਿਨ੍ਹਾਂ ਨਾਲ ਸਪੋਰਟ ਦਾ ਕੰਮ ਚੱਲਦਾ, ਸਮਾਨ ਲੈਂਦੇ ਆ ਨਾ, ਪਰ ਉਹ ਹੁਣ 103 ਕਰਦੀਆਂ ਜੀ ਚੀਨ ਦੀਆਂ ਤੇ ਰੂਸ ਦੀਆਂ ਗਿਣਤੀ ਉਹਨਾਂ ਦੀ ਜਿੱਦਾਂ ਹਨਾ। ਤੇ ਟਰੰਪ ਸਾਹਿਬ ਕਹਿੰਦੇ ਵੀ ਇਹਨਾਂ ਦੀ ਵੱਟ ਕੱਢ ਦਿਓ। ਠੀਕ ਨਹੀਂ, ਕਿਉਂਕਿ ਗੁੱਸਾ ਤਾਂ ਉਹਨਾਂ ਨੂੰ ਪਹਿਲਾਂ ਦਾ ਹੀ ਆ, ਕਰੋਨਾ ਸ਼ੁਰੂ ਹੋਇਆ ਸੀ ਉਦੋਂ ਉਹ ਸਾਫ਼ ਹੀ ਕਹੀ ਜਾਂਦੇ ਸੀਗੇ। ਹਾਂਜੀ ਬਿਲਕੁਲ, ਠੀਕ ਹੈ ਨਾ। ਇਸ ਕਰਕੇ ਹੁਣ ਆਉਣ ਵਾਲਾ ਸਮਾਂ ਦੇਖੋ ਕੀ ਕਹਿੰਦਾ ਆ। ਪਰ ਅਮਰੀਕਾ ਦੀ ਜਿਹੜੀ ਇਕੋਨਮੀ ਨੂੰ ਬੂਸਟ ਕਰਨ ਵਾਸਤੇ ਅੱਜ ਉਹਨਾਂ ਨੇ ਕੁਝ ਫੰਡ ਵੀ ਰਿਲੀਜ਼ ਕੀਤੇ ਆ। ਠੀਕ ਹੈ ਜੀ। ਤੇ ਮੈਨੂੰ ਲੱਗਦਾ ਵੀ 20 ਜਨਵਰੀ ਨੂੰ ਜਿਹੜਾ ਉਹਦੀ ਚਾਰਜ ਦੇਣਾ ਆ ਉਹ ਤੋਂ ਪਹਿਲਾਂ ਉਹ ਬਸ ਇਦਾਂ ਦਾ ਕੰਮ ਕੋਈ ਸਭਾਵਾਂ ਨਿਭਾਉਂਦੇ ਹੀ ਰਹਿਣਗੇ ਲੱਗਦਾ ਜੀ। ਜਿੱਦਾਂ ਇੱਕ ਇੰਡੀਆ ਚ ਆਉਂਦੀ ਸੀ ਨਾ ਐਡ ਭਾਜੀ, ਜ਼ੋਰ ਕਾ ਝਟਕਾ ਧੀਰੇ ਸੇ ਲਗੇ, ਉਹ ਹਿਸਾਬ ਵੀ ਝਟਕੇ ਲਾਈ ਜਾਣੇ ਆ। ਬਿਲਕੁਲ ਜੀ। ਨਾਲੇ ਇਹ ਸਭ ਸਾਡੇ ਇੰਗਲੈਂਡ ਤੋਂ ਜਿਹੜੇ ਇਸ ਆਪਣੇ ਟੀਵੀ ਦੇ ਡਾਇਰੈਕਟਰ ਆ ਅਮਰਦੀਪ ਸਿੰਘ ਅਟਵਾਲ, ਉਹ ਵੀ ਨਾਲ ਜੁੜੇ ਆ ਸਾਡੇ। ਉਹ ਵੀ ਮੈਂ ਦੇਖਿਆ ਵੀ ਆਨਲਾਈਨ ਇਸ ਲਈ ਹੈਗੇ ਆ, ਪਰ ਉੱਥੇ ਟਾਈਮ ਤਾਂ ਇੰਗਲੈਂਡ ਬਹੁਤ ਹੋ ਗਿਆ ਹੁਣ, ਅਸੀਂ ਸੁੱਤੇ ਨਹੀਂ ਲੱਗਦੇ ਹਜੇ ਵੀ। ਹਾਂਜੀ, ਉੱਥੇ ਤਾਂ ਮਤਲਬ 7-8 ਘੰਟੇ ਦਾ ਫਰਕ ਹੈ। ਹਾਂ, ਤਕਰੀਬਨ 3-3:30 ਵੱਜ ਗਏ ਜਾਂ ਉੱਠ ਕੇ ਪਾਠ ਕਰਨ ਲੱਗ ਪਏ ਹੁਣ ਇਹਨਾਂ ਨੂੰ। ਹਾਂਜੀ। ਤੇ ਧੰਮ ਸਾਹਿਬ ਆਪਣੇ ਪੰਜਾਬ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਆ ਜੀ, ਹਾਂਜੀ, ਉਹਨਾਂ ਨੇ ਲਾਈਵ ਹੋ ਕੇ ਕੇਂਦਰ ਸਰਕਾਰ ਤੇ ਆਪਣੀ ਭੜਾਸ ਕੱਢੀ ਜੀ ਪੂਰੀ। ਮੈਂ ਜਿੱਦਾਂ ਪਿਛਲੇ ਦਿਨ ਹੀ ਗੱਲ ਕੀਤੀ ਸੀ ਤੁਹਾਡੇ ਨਾਲ, ਤੇ ਵੀ ਹੁਣ ਹੋਰ ਕੁਝ ਨਹੀਂਗਾ ਤੇ ਇੱਕ ਦੂਜੇ ਹੁਣ ਸਾਰੇ ਕੇਂਦਰ ਸਰਕਾਰ ਦੇ ਸਿੱਟੀ ਜਾਂਦੇ ਕੰਮ ਨੂੰ। ਹਾਂਜੀ। ਆਪਣੀਆਂ ਪਾਰਟੀਆਂ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਭੁੱਲ ਕੇ ਸਿਰਫ ਕਿਸਾਨ ਜਥੇਬੰਦੀਆਂ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਇਕੱਠੀਆਂ ਕਰ ਲੈਣ, ਜਿੱਦਾਂ ਉਂਗਲਾਂ ਦੇ ਪੋਟਿਆਂ ਤੇ ਗਿਣ ਲੈਣ ਵੀ ਇਕੱਲੇ ਬਿੱਲ ਹੀ ਆ 3। ਹਾਂਜੀ। ਅਸੀਂ ਇਹਨਾਂ ਨੂੰ ਕੈਂਸਲ ਕਰਾਉਣਾ ਜੋ ਮਰਜ਼ੀ ਹੋ ਜਾਏ, ਭਾਵੇਂ ਆਪ ਜਾ ਕੇ ਮਰਨ ਵਰਤ ਤੇ ਬਹਿ ਜਾਣ, ਭੁੱਖ ਹੈ ਨਾ। ਪਰ ਬਿਆਨਬਾਜ਼ੀਆਂ ਦੇ ਉੱਤੇ ਜਦੋਂ ਆਪਾਂ ਦੇਖਦੇ ਹਾਂ ਤਾਂ ਬਿਆਨਬਾਜ਼ੀਆਂ ਉਹੀ ਗੱਲ ਰਹਿ ਜਾਂਦੀ ਵੀ ਇਹ ਕਿਸਾਨਾਂ ਨਾਲ ਧੱਕਾ ਹੋ ਰਿਹਾ। ਕਿਸਾਨਾਂ ਨਾਲ ਪਹਿਲਾਂ ਵੀ ਇੱਦਾਂ ਹੁੰਦੀ ਰਹੀਆਂ, ਕੇਂਦਰ ਦੀਆਂ ਸਰਕਾਰਾਂ ਕਰਦੀਆਂ ਰਹੀਆਂ। ਉਹਨਾਂ ਨੇ ਵੀ ਇੱਕ ਲਾਈਵ ਹੋ ਕੇ ਸਟੇਟਮੈਂਟ ਦਿੱਤੀ ਆ। ਠੀਕ ਹੈ ਜੀ। ਤੇ ਉਹ ਸਾਡੇ ਕੋਲ ਵੀ ਵੀਡੀਓ ਆਈ ਆ ਤੇ ਆਪਾਂ ਉਹ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਹਾਂ। ਠੀਕ ਹੈ ਭਾਈ। ਸਤਿ ਸ਼੍ਰੀ ਅਕਾਲ ਜੀ। ਕੇਂਦਰ ਦੇ 3 ਕਾਲੇ ਕਾਨੂੰਨਾਂ ਦੇ ਖਿਲਾਫ ਚੱਲ ਰਿਹਾ ਹੋਇਆ ਕਿਸਾਨ, ਮਜ਼ਦੂਰ, ਆੜ੍ਹਤੀਆਂ ਦਾ ਸੰਘਰਸ਼, ਇਹ ਸਾਡੇ ਸਾਰਿਆਂ ਦਾ ਸੰਘਰਸ਼ ਹੈ। ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਸਾਰੇ ਲੋਕ, ਸਾਰੇ ਕਿਸਾਨ ਇਕੱਠੇ ਹੋ ਕੇ ਅੱਜ ਆਪਣੇ ਅੰਨਦਾਤਾ ਦਾ ਸਾਥ ਦੇ ਰਹੇ ਨੇ। ਲੇਕਿਨ ਕੇਂਦਰ ਦੀ ਸਰਕਾਰ ਦੇ ਅੜੀਅਲ ਸੁਭਾਅ ਨੂੰ ਦੇਖਦੇ ਹੋਏ, ਜਿਸ ਤਰ੍ਹਾਂ ਉਹਨਾਂ ਨੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤੀ, ਉਹਨਾਂ ਨੂੰ ਤਰ੍ਹਾਂ ਦੇ ਅੱਡ-ਅੱਡ ਨਾਂ ਦਿੱਤੇ ਗਏ, ਕਦੇ ਵੱਖਵਾਦੀ, ਕਦੇ ਆਤੰਕਵਾਦੀ, ਕਦੇ ਖਾਲਿਸਤਾਨੀ। ਇਸ ਮੁਹਿੰਮ ਨੂੰ, ਇਸ ਸੰਘਰਸ਼ ਨੂੰ ਬਦਨਾਮ ਕਰਨ ਵਾਸਤੇ ਜਿੱਥੇ ਹਰੇਕ ਤਰ੍ਹਾਂ ਦਾ ਹੱਥਕੰਡਾ ਅਪਣਾਇਆ ਗਿਆ, ਉੱਥੇ ਇੱਕ ਬਹੁਤ ਹੀ ਦੁੱਖ ਦੀ ਗੱਲ ਆ ਕਿ ਕਿਵੇਂ ਅੱਜ ਸਾਡੇ ਆੜ੍ਹਤੀਆਂ ਭਰਾਵਾਂ ਦੇ ਉੱਤੇ ਵੀ ਕੇਂਦਰ ਦੀ ਏਜੰਸੀਆਂ ਇਨਕਮ ਟੈਕਸ ਦੇ ਡਿਪਾਰਟਮੈਂਟ ਨੂੰ ਲੈ ਕੇ ਅੱਜ ਉਹਨਾਂ ਦੇ ਉੱਤੇ ਰੇਡ ਕਰਾ ਕੇ, ਉਹਨਾਂ ਦੇ ਘਰਾਂ 'ਚ, ਉਹਨਾਂ ਦੇ ਦਫ਼ਤਰਾਂ 'ਚ ਰੇਡ ਕਰਾ ਕੇ ਡਰਾਉਣ ਧਮਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇੱਕ ਡੈਮੋਕ੍ਰੇਸੀ 'ਚ ਇਸ ਤੋਂ ਹੋਰ ਨਿੰਦਰਯੋਗ ਕੋਈ ਚੀਜ਼ ਹੋ ਨਹੀਂ ਸਕਦੀ, ਜਿੱਥੇ ਹਕੂਮਤ ਇੱਕ ਪਾਸੇ ਆਪਣੇ ਲੋਕਾਂ ਨੂੰ, ਗਰੀਬ ਕਿਸਾਨਾਂ ਨੂੰ, ਅੰਨਦਾਤਾ ਨੂੰ ਕੁਚਲਣ, ਉਹਨਾਂ ਦੀ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਬਦਨਾਮ ਕਰ ਰਹੇ, ਤੇ ਦੂਜੇ ਪਾਸੇ ਆਪਣੇ ਇਹੋ ਜਿਹੀ ਏਜੰਸੀਆਂ ਦਾ ਸਹਾਰਾ ਲੈ ਕੇ ਭੋਲੇ ਭਾਲੇ ਲੋਕਾਂ ਨੂੰ ਉਹਨਾਂ ਦੇ ਉੱਤੇ ਰੇਡ ਕਰਾ ਕੇ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਆਹੀ ਦੱਸਣਾ ਚਾਹਾਂਗੀ ਇਸ ਹਕੂਮਤ ਨੂੰ ਕਿ ਇਹ ਤਾਂ ਉਹ ਕੌਮ ਨੇ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਵਰਗੇ ਵੱਡਿਆਂ ਦਾ ਮੂੰਹ ਮੋੜ ਦਿੱਤਾ ਸੀ। ਇਹ ਕੌਮ ਨਾ ਕਿਸੇ ਦੇ ਉੱਤੇ ਜ਼ੁਲਮ ਕਰਦੀ ਹੈ ਤੇ ਨਾ ਹੀ ਜ਼ੁਲਮ ਕਿਸੇ ਦਾ ਸਹਿੰਦੀ ਹੈ, ਬਲਕਿ ਜਿੰਨੇ ਵੀ ਤੁਸੀਂ ਇਹੋ ਜਿਹੇ ਹੱਥਖੰਡੇ ਅਪਣਾਓਗੇ, ਇਹ ਹੋਰ ਤਕੜੇ ਹੋ ਕੇ ਆਪਣੀ ਹੱਕਾਂ ਦੀ ਲੜਾਈ ਵਾਸਤੇ ਤੇ ਆਪਣੀ ਰਾਖੀ ਵਾਸਤੇ ਅੱਗੇ ਆਉਣਗੇ। ਤੇ ਆਪਣੇ ਆੜ੍ਹਤੀਏ ਵੀਰਾਂ ਨੂੰ ਮੈਂ ਅਭੀ ਬਹੁਤ ਨਮਰਤਾ ਸਹੀ ਸਹਿਤ ਕਹਿਣਾ ਚਾਹਾਂਗੀ, ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਤੁਹਾਡੇ ਨਾਲ ਖੜਿਆ ਹੈ ਤੇ ਖੜਾ ਰਹੂਗਾ। ਜਿੱਥੇ ਵੀ ਤੁਹਾਨੂੰ ਸਾਡੀ ਲੋੜ ਲੱਗਦੀ ਹੈ, ਤੁਹਾਨੂੰ ਸਿਰਫ ਆਵਾਜ਼ ਦੇਣ ਦੀ ਲੋੜ ਹੈ, ਅਸੀਂ ਤੁਹਾਡੇ ਨਾਲ ਆ ਕੇ ਖੜਾਂਗੇ। ਪਾਰਲੀਮੈਂਟ 'ਚ ਤਾਂ ਪੁਰਜ਼ੋਰ ਤਰੀਕੇ ਦੇ ਨਾਲ ਤੁਹਾਡੀ ਇਹ ਗੱਲ ਉਠਾਵਾਂਗੇ, ਲੇਕਿਨ ਜਦੋਂ ਵੀ ਤੁਸੀਂ ਕਹੋ, ਜਿੱਥੇ ਵੀ ਤੁਸੀਂ ਕਹੋ, ਅਸੀਂ ਤੁਹਾਡੇ ਨਾਲ ਆ ਕੇ ਤੁਹਾਡੇ ਇਸ ਸੰਘਰਸ਼ ਤੇ ਤੁਹਾਡੇ ਨਾਲ ਖੜਨ ਵਾਸਤੇ ਤਿਆਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੀਰ ਸਾਹਿਬ ਇਹ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਮੈਂਬਰ ਪਾਰਲੀਮੈਂਟ ਆ, ਹੁਣ ਪਹਿਲਾਂ ਮੰਤਰੀ ਵੀ ਸੀਗੇ, ਹੁਣ ਸਾਬਕਾ ਮੰਤਰੀ ਆ, ਇਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਗੱਲ ਕਹੀ ਆ ਉਹਦੇ ਵਿੱਚ ਇੱਕ ਚੀਜ਼ ਸਾਹਮਣੇ ਆਈ ਆ ਵੀ ਹੁਣ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਜਾਂ ਹੋਰ ਆੜਤ ਐਸੋਸੀਏਸ਼ਨ ਜਿਹੜੇ ਆੜਤੀ ਹੈ ਉਹਨਾਂ ਨੂੰ ਵੀ ਪਰੇਸ਼ਾਨ ਕਰਨ ਲੱਗ ਪਈ ਆ। ਉਹ ਠੀਕ ਹੈ ਜੀ। ਹਾਂਜੀ, ਉਹ ਹੁਣ ਬੜਾ ਔਖਾ ਹੋ ਗਿਆ ਮੈਨੂੰ ਇਸ ਚੀਜ਼ ਦਾ ਵੀ ਆ, ਪਰ ਉਹਨਾਂ ਨੇ ਐਲਾਨ ਕਰ ਦਿੱਤਾ ਭਾਜੀ, ਠੀਕ ਹੈ, ਆੜਤ ਐਸੋਸੀਏਸ਼ਨ ਵਾਲਿਆਂ ਨੇ, ਹਾਂਜੀ, ਵੀ ਸਾਡੇ ਨਾਲ ਜਿੰਨਾ ਮਰਜ਼ੀ ਧੱਕਾ ਸਰਕਾਰਾਂ ਕਰ ਲੈਣ, ਹਾਂਜੀ, ਅਸੀਂ ਕਿਸਾਨਾਂ ਦੇ ਨਾਲ ਹੀ ਖੜੇ ਆ, ਕਿਸਾਨਾਂ ਦੇ ਹੱਕ 'ਚ ਭੁਗਤਾਂਗੇ। ਉਹ ਠੀਕ ਹੈ, ਇਹ ਕੱਲ ਦੀ ਉਹਨਾਂ ਦੀ ਸਟੇਟਮੈਂਟ ਹੈਗੀ ਆ। ਹਾਂਜੀ, ਤੇ ਬਾਕੀ ਆਉਣ ਵਾਲਾ ਹੁਣ ਦੇਖੋ ਸਮਾਂ ਕਿੱਦਾਂ ਦਾ ਆਉਂਦਾ, ਕਿਉਂਕਿ ਇਨਕਮ ਟੈਕਸ ਦੀਆਂ ਰੇਡਾਂ ਹੋਣ ਲੱਗ ਪਈਆਂ ਪੰਜਾਬ 'ਚ। ਉਹ ਠੀਕ ਹੈ, ਉਹ ਵੀ ਸ਼ੁਰੂ ਹੋ ਗਿਆ। ਹਾਂਜੀ, ਇਹ ਚੀਜ਼ਾਂ ਭਾਜੀ ਵੈਸੇ ਮੈਨੂੰ ਇਦਾਂ ਲੱਗਦਾ ਵੀ ਸਰਕਾਰਾਂ ਦੀ ਬੁੱਝਦਿਲੀ ਆ ਜਾਂ ਹਾਰ ਦਾ ਕਾਰਨ ਆ, ਵੀ ਸਰਕਾਰਾਂ ਦਾ ਹੁਣ ਬੱਸ ਨਹੀਂ ਚੱਲਦਾ, ਉਹ ਕਹਿੰਦੇ ਹਰਾਸਮੈਂਟ ਕਰਨੀ ਸ਼ੁਰੂ ਕਰ ਦਿਓ, ਐਜੀਟੇਸ਼ਨ ਚੱਲਦਾ ਚੱਲਣ ਦਿਓ। ਹਾਂਜੀ, ਜੇ ਤੁਸੀਂ ਨਹੀਂ ਮੰਨਣਾ ਨਾ ਮੰਨੋ, ਉਹਨਾਂ ਨੂੰ ਬੈਠੇ ਰਹਿਣ ਦਿਓ, ਉਹਨਾਂ ਨੂੰ ਆਪਣਾ ਚਲਾਉਣ ਦਿਓ ਅੰਦੋਲਨ, ਜਿੱਦਣ ਤੁਹਾਡਾ ਦਿਲ ਕਰੂਗਾ ਫਿਰ ਆਪੇ ਗੱਲ ਕਰ ਲਿਓ। ਤਾਂ ਮਤਲਬ ਇਦਾਂ ਹੁੰਦੀ ਨਾ ਕਿਤੇ ਜਿਹੜੇ ਨਾਲ, ਪਤਾ ਕੀ ਹੁੰਦਾ, ਸਭ ਤੋਂ ਪਹਿਲਾਂ ਜਿਹੜਾ ਨਾਲ ਖੜੇ ਆ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਐਜੀਟੇਸ਼ਨ ਜਿਹੜੀ ਉਹਨੂੰ ਖਤਮ ਕੀਤਾ ਜਾ ਸਕੇ, ਕਮਜ਼ੋਰ ਕੀਤਾ ਜਾ ਸਕੇ। ਹਾਂ ਬਿਲਕੁਲ, ਤੁਹਾਡੀ ਗੱਲ ਸਹੀ ਆ, ਕਿਉਂਕਿ ਸਰਕਾਰਾਂ ਦੀਆਂ ਚਾਲਾਂ ਤਾਂ ਹੁੰਦੀਆਂ ਹੀ। ਹਾਂਜੀ, ਜੇ ਹੁਣ ਪਹਿਲਾਂ ਤਾਂ ਸਭ ਤੋਂ ਵੱਡੇ ਜਿਹੜੇ ਨਾਲ ਹੁਣ ਆੜਤੀ ਜਿੱਦਾਂ ਤੁਸੀਂ ਕਿਹਾ ਐਸੋਸੀਏਸ਼ਨ ਹੈਗੀ ਆ, ਉਹ ਕਾਫੀ ਸਰਮਾਏਦਾਰ ਆ, ਠੀਕ ਆ, ਉਹਨੂੰ ਵੱਖ ਕਰਨਗੇ ਹੌਲੀ ਹੌਲੀ। ਉਹਨਾਂ ਨੇ ਜਿਹੜਾ ਹੁਣ ਦੇਖਦੇ ਸੀਗੇ ਵੀ ਮਜ਼ਦੂਰ ਜਿਹੜੇ, ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਇਹ 'ਚ ਕੀ ਲੈਣ ਦੇਣਾ। ਹਾਂ, ਮਤਲਬ ਉਹਨਾਂ ਦਾ ਪਰਪਸ ਇਹ ਆ ਵੀ ਸ਼ਾਇਦ ਬੰਦੇ ਕਿਸੇ ਨਾ ਕਿਸੇ ਤਰੀਕੇ ਟੁੱਟ ਜਾਣ, ਰਾਈਟ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਸਿੱਧਾ ਤੌਰ ਤੇ ਜਿਹੜਾ ਫਰਕ ਪੈਣਾ ਉਹ ਅੱਜ ਨਹੀਂ, ਆਉਣ ਵਾਲੇ ਸਮੇਂ 'ਚ ਮਜ਼ਦੂਰਾਂ ਤੇ ਜ਼ਿਆਦਾ ਪੈਣਾ ਹੈ ਜੀ। ਬਿਲਕੁਲ ਪਊਗਾ ਭਾਜੀ, ਬਿਲਕੁਲ ਸਹੀ ਗੱਲ ਤੁਹਾਡੀ। ਤੇ ਧੰਮ ਸਾਹਿਬ, ਸੰਤ ਜਗਜੀਤ ਸਿੰਘ ਲੋਪੋ ਜਿਹੜੇ ਹੈਗੇ ਮੋਗਾ ਵਾਲਿਆਂ ਨੇ ਲੰਗਰ ਲਗਾਇਆ ਸੀਗਾ ਜੀ, ਤੇ ਇਸ ਸਮੇਂ ਸੁਖਪਾਲ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਹੈ ਜੀ। ਹਾਂਜੀ ਭਾਜੀ, ਜਿਹੜੀ ਸੰਗਤ ਦਿੱਲੀ ਨੂੰ ਜਾਂਦੀ ਆ, ਹਾਂਜੀ, ਰਸਤੇ ਦੇ ਵਿੱਚ ਹੁਣ ਕਈ ਮਹਾਂਪੁਰਸ਼ ਹੈਗੇ ਆ ਜਿਨ੍ਹਾਂ ਨੇ ਲੰਗਰਾਂ ਦੀ ਸੇਵਾ ਲਈ ਆ, ਜਾਂ ਹੋਰ ਵੀ ਕਈ ਸੰਸਥਾਵਾਂ ਵੀ ਆ, ਹੈ ਨਾ ਜੀ। ਹਰ ਬੰਦਾ ਆਪਣੇ ਤਰੀਕੇ ਦੇ ਨਾਲ ਸੇਵਾ ਨਿਭਾ ਰਿਹਾ, ਵਿੱਚ ਯੋਗਦਾਨ ਪਾ ਰਿਹਾ ਅੰਦੋਲਨ ਦੇ, ਹੈ ਨਾ ਜੀ। ਤੇ ਇਸਦਾਂ ਹੀ ਜਿਹੜੇ ਸੰਤ ਜਗਜੀਤ ਸਿੰਘ ਲੋਪੋ ਕੇ ਇਹ ਡਿਸਟ੍ਰਿਕਟ ਮੋਗੇ ਦੇ ਵਿੱਚ ਪੈਂਦਾ, ਤੇ ਉਹਨਾਂ ਦੇ ਜਿਹੜੇ ਸੇਵਾਦਾਰ ਆ ਤੇ ਸੰਗਤ ਨੇ ਰਲ ਕੇ ਜਿਹੜਾ ਉੱਥੇ ਲੰਗਰ ਦੀ ਸੇਵਾ ਰਸਤੇ 'ਚ ਸ਼ੁਰੂ ਕੀਤੀ ਹੋਆ, ਤੇ ਉਹ ਲਗਾਤਾਰ ਨਿਰੰਤਰ ਜਾਰੀ ਆ। ਤੇ ਸੁਖਪਾਲ ਸਿੰਘ ਖਹਿਰਾ ਹੁਣੀ ਉੱਥੋਂ ਦੀ ਲੰਘਦੇ ਸੀਗੇ ਤਾਂ ਉਹ ਵੀ ਰੁਕ ਗਏ ਉੱਥੇ, ਜਿੱਦਾਂ ਦੇਖ ਕੇ ਵੀ ਚਲੋ ਆਪਾਂ ਸੰਗਤ ਦੇ ਵੀ ਦਰਸ਼ਨ ਕਰ ਲੈਂਦੇ ਆ, ਤੇ ਉਹਨਾਂ ਨੇ ਗੱਲਬਾਤ ਵੀ ਕੀਤੀ, ਚਲੋ ਉੱਥੇ ਚਾਹ ਪਾਣੀ ਵੀ ਛਕਿਆ। ਲੇਕਿਨ ਉਹ ਕਹਿੰਦੇ ਵੀ ਮੈਂ ਬਹੁਤ ਪ੍ਰਭਾਵਿਤ ਹੋਇਆ ਉਸ ਚੀਜ਼ਾਂ ਤੋਂ। ਠੀਕ ਹੈ, ਵੀ ਦੇਖ ਲਓ, ਇੱਕ ਪਾਸੇ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਆਪਣੀ ਜਿੱਦ ਤੇ ਅੜੀ ਪਈ ਆ, ਕੋਈ ਗੱਲ ਨਹੀਂ ਕਰ ਰਹੀ, ਨਾ ਸੁਣ ਰਹੀ ਆ, ਸਿਰਫ ਮੀਟਿੰਗਾਂ ਬੁਲਾ ਲੈਣੀਆਂ, 2 ਘੰਟੇ 3 ਘੰਟੇ ਖਰਾਬ ਕਰ ਦੇਣੇ, ਮੁੜ ਕੇ ਕਿਸਾਨਾਂ ਨੂੰ ਮੋੜ ਦੇਣਾ। ਤੇ ਉਧਰੋਂ ਜਦੋਂ ਉਹਨਾਂ ਨੇ ਗੱਲਬਾਤ ਕੀਤੀ, ਉੱਥੇ ਵੀ ਇੱਕ ਗੱਲਬਾਤ ਹੋਈ ਹੈ ਜਿੱਦਾਂ ਆਪਣੇ ਚੋਣ ਮੇਜਾ ਪੱਤਰਕਾਰਾਂ ਦੇ ਨਾਲ ਨਾ, ਉਹ ਸਾਡੇ ਕੋਲ ਵੀ ਪਹੁੰਚੀ ਆ, ਤੇ ਉਹ ਆਪਾਂ ਹੁਣ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਲੈਣੇ ਜੀ। ਠੀਕ ਹੈ ਜੀ। ਦੋਸਤੋ, ਇਸ ਵਕਤ ਅਸੀਂ ਜਿਹੜਾ ਨੈਸ਼ਨਲ ਹਾਈਵੇ ਆ ਦਿੱਲੀ ਨੂੰ ਸੜਕ ਜਾ ਰਹੀ, ਉਹਦੇ ਅੰਬਾਲੇ ਤੇ ਸ਼ਾਹਬਾਦ ਦੇ ਦਰਮਿਆਨ ਮੋੜਾ ਇੱਕ ਪੁਆਇੰਟ ਹੈ, ਉੱਥੇ ਇਕੱਤਰ ਹੋਇਆ ਸੀ, ਰੁਕੇ, ਇੱਥੇ ਉਤਸ਼ਾਹ ਦੇਖਿਆ ਸਾਰਾ ਲੰਗਰ ਦਾ। ਔਰ ਅਸੀਂ ਜਦੋਂ ਉੱਤਰ ਕੇ ਪਤਾ ਕੀਤਾ ਤੇ ਲੰਗਰ ਜਿਹੜਾ ਇੱਥੇ ਲਾਇਆ ਗਿਆ ਵਾ ਉਹ ਸੰਤ ਜਗਜੀਤ ਸਿੰਘ ਜੀ ਲੋਪੋ ਮੋਗੇ ਵਾਲਿਆਂ ਵੱਲੋਂ ਲੰਗਰ ਚਲਾਇਆ ਗਿਆ। ਪਰ ਇਹਨਾਂ ਪ੍ਰਬੰਧਕਾਂ ਨੇ ਕਿਹਾ ਕਿ ਸਾਨੂੰ ਇੱਥੇ ਹਰਿਆਣੇ ਦੇ ਪਿੰਡਾਂ ਦੇ ਵਿੱਚੋਂ ਆਲੇ ਦੁਆਲੇ ਇੰਨਾ ਵੱਡਾ ਸਹਿਯੋਗ ਮਿਲ ਰਿਹਾ ਸਾਰੀ ਸੰਗਤ ਦਾ, ਤੇ ਬਹੁਤ ਵੱਡੇ ਪੱਧਰ ਦੇ ਉੱਤੇ ਹਰਿਆਣੇ ਦੇ ਪਿੰਡਾਂ ਦੇ ਲੋਕ ਵੀ ਇਸ ਕਿਸਾਨ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਸੋ ਇਸ ਲਈ ਜਿਹੜੀ ਸਾਡੇ ਗੁਰੂ ਨਾਨਕ ਸਾਹਿਬ ਦੀ ਚਲਾਈ ਪ੍ਰਥਾ ਲੰਗਰ ਦੀ, ਉਹ ਇਸ ਮੋਰਚੇ ਦੇ ਵਿੱਚ ਬਹੁਤ ਵੱਡਾ ਇੱਕ ਹਿੱਸਾ ਵਾ। ਔਰ ਤੁਸੀਂ ਦੇਖ ਰਹੇ ਹੋ ਕਿ ਮੈਂ ਤਾਂ ਜਦੋਂ ਆਪਣੇ ਪਿੰਡੋਂ ਨਿਕਲਦਾ ਵਾਂ, ਜਲੰਧਰ ਤੋਂ ਲੈ ਕੇ ਤੇ ਦਿੱਲੀ ਤੱਕ ਲੰਗਰ ਇੰਨੇ ਹਰ 25-30 ਕਿਲੋਮੀਟਰ ਦੇ ਉੱਤੇ ਸੇਵਾ ਕੀਤੀ ਜਾ ਰਹੀ ਆ। ਕੋਈ ਚਾਹ ਦਾ ਲੰਗਰ ਬਣਾ ਰਿਹਾ, ਕੋਈ ਪ੍ਰਸ਼ਾਦੇ ਛਕਾ ਰਿਹਾ, ਕੋਈ ਆਪਣੇ ਹੋਰ ਯੋਗਦਾਨ ਪਾ ਰਿਹਾ। ਔਰ ਮੈਂ ਸਮਝਦਾ ਵਾਂ ਕਿ ਇਹ ਜਿਹੜਾ ਉਤਸ਼ਾਹ ਸਾਡੇ ਗੁਰੂ ਸਾਹਿਬਾਨ ਜਿਹੜੀ ਸਪਿਰਿਟ ਫੂਕ ਕੇ ਗਏ ਆ, ਇਹ ਉਹਦਾ ਨਤੀਜਾ ਵਾ। ਔਰ ਜਿਸ ਢੰਗ ਦੇ ਨਾਲ ਸਾਰੇ ਵਰਗਾਂ ਦੇ ਲੋਕਾਂ ਨੇ, ਅਸੀਂ ਜੀਟੀ ਰੋਡ ਤੋਂ ਜਦੋਂ ਲੰਘਦੇ ਆ ਦੇਖਦੇ ਆ ਪਿੱਛੇ ਬਹੁਤ ਵੱਡੀ ਤਾਦਾਦ ਵਿੱਚ ਮੋਟਰਸਾਈਕਲਾਂ ਤੇ ਨੌਜਵਾਨ ਦਿੱਲੀ ਜਾ ਰਹੇ ਸੀਗੇ, ਔਰ ਕਈ ਮੈਂ ਦੇਖ ਰਿਹਾ ਕਾਰਾਂ ਦੇ ਵਿੱਚ ਝੰਡੇ ਲਾਏ ਹੋਏ ਨੇ, ਆਪਣੇ ਪਰਿਵਾਰਾਂ ਨੂੰ, ਔਰਤਾਂ ਨੂੰ ਨਾਲ ਲੈ ਕੇ, ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਨਾਲ ਲੈ ਕੇ ਵੀ ਦਿੱਲੀ ਜਾ ਰਹੇ ਨੇ, ਇੱਕ ਗੱਡੀ ਦੇ ਵਿੱਚ। ਇਹਦਾ ਮਤਲਬ ਇਹ ਆ ਕਿ ਇਹ ਜਿਹੜਾ ਮੋਰਚਾ ਲੱਗਿਆ ਦਿੱਲੀ 'ਚ, ਧਰਨਾ ਲੱਗਿਆ, ਇਹਦਾ ਇੱਕ ਕੀ ਕਹਿੰਦੇ ਹੁੰਦੇ ਆ ਕਿ ਕਟਿੰਗ ਅਕ੍ਰੋਸ ਰਿਲੀਜਨਸ, ਕਟਿੰਗ ਅਕ੍ਰੋਸ ਕਾਸਟ ਲਾਈਨਸ, ਕਟਿੰਗ ਅਕ੍ਰੋਸ ਸਟੇਟਸ, ਇਹਦਾ ਬਹੁਤ ਵੱਡਾ ਇੰਪੈਕਟ ਹੈ। ਇਹ ਗੱਲ ਅਲੱਗ ਹੈ ਕਿ ਸਾਡੇ ਦੇਸ਼ ਦੀ ਸਰਕਾਰ ਬਜਿੱਦ ਹੋਈ ਆ, ਮੰਨ ਨਹੀਂ ਰਹੀ, ਪਰ ਜੇ ਮੈਂ ਕਹਿ ਦਿਆਂ ਕਿ ਲੋਕਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ। ਔਰ
ਖਾਸ ਤੌਰ ਤੇ ਮੈਂ ਪ੍ਰਬੰਧਕਾਂ ਦਾ ਔਰ ਹਰਿਆਣੇ ਦੇ ਇਸ ਮੋੜਾ ਪਿੰਡ ਦੇ ਆਲੇ ਦੁਆਲੇ ਦੀ ਸਾਰੀ ਸਮੂਹ ਸੰਗਤ ਦਾ ਜਿਸ ਢੰਗ ਦੇ ਨਾਲ ਇਹ ਰਾਹਗੀਰਾਂ ਨੂੰ ਲੰਗਰ ਛਕਾ ਰਹੇ ਨੇ, ਉਹਨਾਂ ਦੇ ਹੌਸਲੇ ਬੁਲੰਦ ਕਰ ਰਹੇ ਨੇ, ਉਹਨਾਂ ਦੀ ਮੈਂ ਨਾਲ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਸੰਤ ਜਗਜੀਤ ਸਿੰਘ ਜੀ ਲੋਪੋ ਮੋਗੇ ਵਾਲਿਆਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਤੁਸੀਂ ਦੇਖ ਹੀ ਰਹੇ ਹੋ ਪਿੱਛੇ, ਦੇਖੋ ਕਿੱਦਾਂ ਚੱਲ ਰਿਹਾ ਸਾਰਾ ਉਤਸ਼ਾਹ ਲਗਾਤਾਰ ਕੌਨਸਟੈਂਟਲੀ। ਤੋਂ ਮੈਂ ਸਮਝਦਾ ਕਿ ਇਹ ਸਾਡੇ ਲਈ ਬੜੀ ਮਾਣ ਤੇ ਫਕਰ ਵਾਲੀ ਗੱਲ ਆ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਕੇ ਲੰਗਰ ਦੀ ਪ੍ਰਥਾ ਦੇ ਕੇ ਗਏ ਆ। ਸ਼ਾਇਦ ਸਾਰੀ ਦੁਨੀਆ ਦੇ ਵਿੱਚ ਇਹ ਪ੍ਰਥਾ ਕਿਸੇ ਹੋਰ ਕੋਲ ਐਡੇ ਵੱਡੇ ਪੱਧਰ ਤੇ ਨਹੀਂ। ਔਰ ਤੁਹਾਨੂੰ ਯਾਦ ਹੋਵੇਗਾ ਕਿ ਕਰੋਨਾ ਦੇ ਮਹਾਮਾਰੀ ਵਿੱਚ ਵੀ ਦੁਨੀਆ ਭਰ ਵਿੱਚ ਇਕੱਲੇ ਪੰਜਾਬ ਹਰਿਆਣਾ ਜਾਂ ਭਾਰਤ ਵਿੱਚ ਨਹੀਂ ਬਲਕਿ ਅਮਰੀਕਾ ਵਰਗੇ ਵਿਕਸਿਤ ਮੁਲਕਾਂ 'ਚ ਸਾਡੀਆਂ ਸਿੱਖ ਗੁਰਦੁਆਰਾ ਸਾਹਿਬ ਤੋਂ ਜਥੇਬੰਦੀਆਂ ਨੇ ਨਿਊਯਾਰਕ ਵਿੱਚ ਇੱਕ ਦਿਨ 'ਚ 50-50 ਹਜ਼ਾਰ ਵਿਅਕਤੀ ਨੂੰ ਲੰਗਰ ਛਕਾਇਆ। ਔਰ ਉੱਥੋਂ ਦੀਆਂ ਸਰਕਾਰਾਂ ਨੇ, ਕੀ ਅਮਰੀਕਾ ਦੀ ਗਵਰਨਮੈਂਟ ਤੇ ਕੀ ਕੈਨੇਡਾ ਦੀ ਗਵਰਨਮੈਂਟ, ਉਹਨਾਂ ਨੇ ਲੰਗਰ ਦੀ ਤੇ ਸਿੱਖ ਕੌਮ ਦੀ ਤੇ ਪੰਜਾਬ ਦੀ ਤੇ ਗੁਰੂ ਨਾਨਕ ਨਾਮ ਲੇਵਾ ਦੀ ਬਹੁਤ ਤਾਰੀਫ ਕੀਤੀ। ਔਰ ਉਹਨਾਂ ਨੇ ਮੈਂ ਸਮਝਦਾ ਕਿ ਉਸ ਤਾਰੀਫ ਨੇ ਸਾਡੇ ਸਾਰੇ ਸਮੂਹ ਪੰਜਾਬ ਦੇ ਲੋਕਾਂ ਦਾ ਸਿਰ ਜਿਹੜਾ ਸੀਗਾ ਫਕਰ ਨਾਲ ਉੱਚਾ ਕੀਤਾ। ਸੋ ਇੱਕ ਵਾਰ ਫਿਰ ਸਿਰਫ ਲੰਘ ਰਹੇ ਸੀਗੇ ਜੀਟੀ ਰੋਡ ਤੇ, ਦਿੱਲੀ ਜਾ ਰਹੇ ਸੀਗੇ, ਅਸੀਂ ਆਪਣਾ ਜਿੰਨਾ ਸਾਡਾ ਤਿਲ ਫੁੱਲ ਯੋਗਦਾਨ ਹੈ ਅਸੀਂ ਪਾਉਣ ਵਾਸਤੇ ਪਹੁੰਚ ਰਹੇ ਹਾਂ। ਅੱਜ ਅਸੀਂ ਟਿੱਕਰੀ ਬਾਰਡਰ ਜਾਵਾਂਗੇ, ਪਰ ਰਾਹ ਦੇ ਵਿੱਚ ਆ ਜਿਹੜਾ ਦ੍ਰਿਸ਼ ਹੈਗਾ ਇਕੱਲਾ ਮੋੜਾ ਪਿੰਡ ਹਰਿਆਣੇ 'ਚ ਨਹੀਂਗਾ, ਇਹ ਹਰ 25-30 ਕਿਲੋਮੀਟਰ ਤੇ, ਹਰ 25-30 ਕਿਲੋਮੀਟਰ ਦੇ ਉੱਤੇ ਇਸ ਤੁਹਾਨੂੰ ਦ੍ਰਿਸ਼ ਜਿਹੜਾ ਦੇਖਣ ਨੂੰ ਮਿਲੇਗਾ। ਤੋਂ ਮੋਦੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਹਾਡੇ ਕੋਲ ਏਜੰਸੀਆਂ ਤਾਂ ਬਹੁਤ ਹੋਣਗੀਆਂ, ਪਤਾ ਕਰਵਾ ਲਓ ਕਿ ਲੋਕ ਕੀ ਚਾਹੁੰਦੇ ਨੇ। ਔਰ ਜੇ ਤੁਸੀਂ ਵਾਕਈ ਜਮਹੂਰੀਅਤ ਵਿਸ਼ਵਾਸ ਰੱਖਦੇ ਹੋ, ਅਗਰ ਤੁਸੀਂ ਸਹੀ ਡੈਮੋਕਰੇਟ ਹੋ, ਤਾਂ ਫਿਰ ਮੈਂ ਸਮਝਦਾ ਕਿ ਤੁਹਾਨੂੰ ਕਿਸਾਨਾਂ ਦੀਆਂ ਜਾਇਜ਼ ਹੱਕੀ ਮੰਗਾਂ ਮੰਨਣੀਆਂ ਚਾਹੀਦੀਆਂ। ਵੈਸੇ ਵੀ ਜਿਹੜੀ ਕਿਸਾਨੀ ਆ ਨਾ, ਉਹ ਇੱਕ ਜ਼ਿੰਦਗੀ ਜੀਣ ਦਾ ਤਰੀਕਾ ਵਾ, ਉਹ ਕੋਈ ਕੀ ਕਹਿੰਦੇ ਹੁੰਦੇ ਆ, ਕੋਈ ਕਿੱਤਾ ਜਾਂ ਕੰਮ ਨਹੀਂਗਾ। ਇਬਰਾਹਿਮ ਲਿੰਕਨ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਹੋਏ ਨੇ, ਉਹਨਾਂ ਨੇ ਇੱਕ ਸਾਦੇ ਜਿਹੇ ਕੋਟ 'ਚ ਕਿਹਾ ਕਿ ਫਾਰਮਿੰਗ ਇਜ਼ਨਟ ਅ ਜੌਬ, ਫਾਰਮਿੰਗ ਇਜ਼ ਅ ਵੇ ਆਫ ਲਾਈਫ। ਤੇ ਜੇ ਬੀਜੇਪੀ ਸਰਕਾਰ ਤੇ ਮੋਦੀ ਦੀ ਸਰਕਾਰ ਇੱਕ ਜੀਉਣ ਦੇ ਤਰੀਕੇ, ਜ਼ਿੰਦਗੀ ਜੀਣ ਦੇ ਤਰੀਕੇ ਦੇ ਉੱਤੇ ਹਮਲਾ ਕਰੇਗੀ ਤਾਂ ਉਹ ਦੇਸ਼ ਕਦੀ ਤਰੱਕੀ ਨਹੀਂ ਕਰ ਸਕਦਾ। ਤਾਂ ਉਮੀਦ ਕਰਦੇ ਹਾਂ ਕਿ ਆਮ ਜਨਤਾ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਸਾਡੇ ਦੇਸ਼ ਦੀ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਕੇ ਇਹ ਸਾਰੇ ਰੀਜਨ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਇਸ ਨੂੰ ਸ਼ਾਂਤ ਕਰੇਗੀ। ਕਿਉਂਕਿ ਅਗਰ ਤੁਸੀਂ ਇਹਨਾਂ ਲੋਕਾਂ ਦੀਆਂ ਗੱਲਾਂ ਨਹੀਂ ਮੰਨੋਗੇ ਤਾਂ ਤੁਸੀਂ ਇਹ ਸਮਝ ਲੈਣਾ ਕਿ ਇਸ ਦੇਸ਼ ਦੇ ਇਸ ਹਿੱਸੇ ਵਿੱਚ ਤੁਸੀਂ ਅਸ਼ਾਂਤੀ ਆਪ ਫੈਲਾ ਰਹੇ ਹੋ ਔਰ ਉਹਦੇ ਲਈ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ। ਸੋ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਕਈ ਹੋਰ ਗੱਲਾਂ ਆ ਰਹੀਆਂ ਜ਼ਿਹਨ ਦੇ ਵਿੱਚ, ਪੰਜਾਬ ਤੇ ਹਰਿਆਣਾ ਨੂੰ ਲੜਾਉਣ ਦੀ ਯਤਨ ਵੀ ਕੀਤੇ ਗਏ, ਕਈ ਕੋਝੀਆਂ ਚਾਲਾਂ ਚੱਲੀਆਂ ਗਈਆਂ ਇਹਨਾਂ ਦਿਨਾਂ ਦੇ ਵਿੱਚ। ਕਦੀ ਮੋਰਚੇ ਤੇ ਬੈਠੇ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਦਿੰਦੇ ਨੇ, ਕਦੀ ਨਕਸਲਵਾਦੀ ਕਹਿ ਦਿੰਦੇ ਨੇ, ਕਦੀ। ਪਰ ਮੈਂ ਦੇਖਿਆ ਕਿ ਜਿੰਨਾ ਸਾਨੂੰ ਦਿੱਲੀ ਦੇ ਇਰਦ ਗਿਰਦ ਇਸ ਵਾਰ ਹਿੰਦੂਆਂ ਨੇ, ਮੁਸਲਮਾਨਾਂ ਨੇ, ਔਰਤਾਂ ਨੇ, ਪੜ੍ਹੇ ਲਿਖੇ ਵਰਗ ਦੇ ਵਕੀਲਾਂ ਨੇ, ਡਾਕਟਰਸ ਨੇ, ਜਿੰਨੀ ਇਸ ਮੋਰਚੇ ਦੀ ਸਪੋਰਟ ਕੀਤੀ ਆ, ਉਹਦੇ ਨਾਲ ਸਾਰੀਆਂ ਜਿਹੜੀਆਂ ਚਾਲਾਂ ਸੀ ਉਹ ਫੇਲ ਕਰਤੀਆਂ ਬੀਜੇਪੀ ਤੇ ਮੋਦੀ ਦੀਆਂ। ਔਰ ਹੁਣ ਕੱਲ ਪਰਸੋਂ ਤੋਂ ਇੱਕ ਇਹ ਵੀ ਚਾਲ ਚੱਲ ਰਹੀ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਵਾਦ ਆ ਜਿਹੜਾ ਆਪਸ ਪਾਣੀਆਂ ਦਾ, ਉਹਨੂੰ ਇੱਕ ਮੁੱਦਾ ਬਣਾ ਕੇ ਤੇ ਬੀਜੇਪੀ ਨੇ ਪੰਜਾਬ ਤੇ ਹਰਿਆਣੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ ਦਰਾਰ ਨੂੰ ਵੀ ਲੋਕਾਂ ਨੇ ਖੂੰਜੇ ਲਾਤਾ, ਜਾਂ ਇਹਨੂੰ ਮਤਲਬ ਕੀ ਕਹਿ ਸਕਦੇ ਕਿ ਬਹੁਤ ਇੱਕ ਠੋਸ ਲੋਕਾਂ ਨੇ ਸੁਨੇਹਾ ਦਿੱਤਾ ਕਿ ਪਹਿਲਾਂ ਸਾਨੂੰ ਕਿਸਾਨ ਹੈ, ਸੂਬਿਆਂ ਦੀ ਵੰਡ, ਪਾਣੀਆਂ ਦੀ ਵੰਡ ਇਹ ਸੈਕੰਡਰੀ ਇਸ਼ੂ ਆ। ਪਹਿਲਾਂ ਇੱਕ ਵਾਰ ਲੋਕਾਂ ਨੇ ਕਿਸਾਨਾਂ ਦੇ ਇਸ ਸੰਘਰਸ਼ ਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਯੋਗਦਾਨ ਦਿੱਤਾ, ਉਹਦੇ ਲਈ ਮੈਂ ਸਮਝਦਾ ਕਿ ਬਹੁਤ ਸਭ ਦਾ ਅਸੀਂ ਧੰਨਵਾਦ ਕਰਦੇ। ਇੱਕ ਵਾਰ ਫਿਰ ਸਮੂਹ ਸਾਧ ਸੰਗਤ ਦਾ, ਲੰਗਰ ਦੇ ਪ੍ਰਬੰਧਕਾਂ ਦਾ, ਇਲਾਕਾ ਨਿਵਾਸੀਆਂ ਦਾ, ਔਰ ਜਿਹੜੇ ਇੱਥੇ ਆਣ ਕੇ ਯੋਗਦਾਨ ਪਾਉਂਦੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾ ਦਿਓ ਪਿਆਰ ਨਾਲ ਇੱਕ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੀਰ ਸਾਹਿਬ, ਇਹ ਸਨ ਸੁਖਪਾਲ ਸਿੰਘ ਖਹਿਰਾ, ਹਾਂਜੀ, ਜਿਹੜੇ ਐਮਐਲਏ ਆ, ਠੀਕ ਹੈ ਜੀ। ਉਹਨਾਂ ਨੇ ਉੱਥੇ ਪਹੁੰਚ ਕੇ ਜਿਹੜੀ ਗੱਲਬਾਤ ਕੀਤੀ ਆ, ਹਾਂਜੀ, ਉਹ ਆਪਾਂ ਹੁਣ ਦਰਸ਼ਕਾਂ ਨਾਲ ਸਾਂਝੀ ਕੀਤੀ ਆ, ਠੀਕ ਹੈ। ਤੇ ਹੁਣ ਆਪਾਂ ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਹਾਂਜੀ ਬਿਲਕੁਲ ਧੰਮ ਸਾਹਿਬ, ਆਪਣੀ ਏਸ਼ੀਆ ਟੀਵੀ ਦੀ ਟੀਮ ਜਿਹੜੀ ਹੈ ਜੀ ਕਿਸਾਨਾਂ ਦੇ ਟੋਲ ਪਲਾਜ਼ੇ ਤੇ ਉਹਨਾਂ ਨੇ ਜਾ ਕੇ ਗੱਲਬਾਤ ਕੀਤੀ ਹੈ ਜੀ। ਹਾਂਜੀ, ਗੱਲ ਭਾਜੀ ਉਹਨਾਂ ਦਾ ਮੁੰਡਿਆਂ ਦਾ ਫੋਨ ਆਇਆ ਸੀਗਾ, ਉਹ ਉੱਥੇ ਆਪਣੇ ਰਿਪੋਰਟਰ ਆ ਓਂਕਾਰ ਸਿੰਘ,
ਠੀਕ ਹੈ ਜੀ। ਤੇ ਨਾਲ ਕੈਮਰਾਮੈਨ ਗੁਰਜੀਤ ਸਿੰਘ ਹੁਣੀ ਹੈਗੇ ਆ। ਠੀਕ ਹੈ। ਤੇ ਉਹਨਾਂ ਨੇ ਕਿਹਾ ਸੀ ਵੀ ਇੱਥੇ ਤਾਂ ਹੁਣ ਤਕਰੀਬਨ ਸਾਰੇ ਹੀ ਆ ਹਨਾ, ਜਿੱਦਾਂ ਮੀਡੀਆ ਤਕਰੀਬਨ ਉੱਥੇ ਹੀ ਕਵਰ ਕਰਦਾ। ਉਹਨਾਂ ਨੇ ਫਿਰ ਬਾਹਰ ਸਿਟੀ ਤੋਂ ਬਾਹਰ ਜਿੱਥੇ ਟੋਲ ਪਲਾਜ਼ੇ ਆ ਉੱਥੇ ਵੀ ਉਹਨਾਂ ਨੇ ਰਾਉਂਡ ਲਾਇਆ ਤੇ ਕੱਲ ਉੱਥੇ ਜਿਹੜਾ ਸਰਹੰਦ ਦੇ ਲਾਗੇ ਇੱਕ ਟੋਲ ਪਲਾਜ਼ਾ ਪੈਂਦਾ ਜੀ, ਉੱਥੇ ਉਹਨਾਂ ਨੇ ਗੱਲਬਾਤ ਕੀਤੀ ਆ ਕਿਸਾਨਾਂ ਨਾਲ। ਹਾਂਜੀ। ਵੀ ਕਿੰਨੇ ਦਿਨਾਂ ਤੋਂ ਉੱਥੇ ਰੁਕੇ ਹੋਏ ਆ। ਠੀਕ ਹੈ ਜੀ। ਤੇ ਤਕਰੀਬਨ ਠੰਡ ਵੀ ਆ, ਕਿਉਂਕਿ ਜਦੋਂ ਬਾਹਰਲੇ ਪਾਸੇ ਕਿਤੇ ਰੁਕਦੇ ਆ ਤਾਂ ਉੱਥੇ ਠੰਡ ਜ਼ਿਆਦਾ ਪੈਂਦੀ ਹੈ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਆਪਾਂ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਆ ਉਹ ਵੀ ਆਪਾਂ ਦਰਸ਼ਕਾਂ ਨਾਲ ਹੁਣ ਸਾਂਝੀ ਕਰਦੇ ਜੀ। ਹਾਂਜੀ ਬਿਲਕੁਲ ਜੀ। ਏਸ਼ੀਆ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਸਰਹੰਦ ਨਹਿਰ ਤੇ ਆਏ ਹੋਏ ਹਾਂ ਜੀ, ਜਿਹੜੀ ਕਿ ਰੋਪੜ ਤੋਂ ਚੱਲ ਕੇ ਚਮਕੌਰ ਸਾਹਿਬ ਹੋ ਕੇ ਦਰਾਹੇ ਨੀਲੋਂ ਦੀ ਸਾਈਡ ਜਾਂਦੀ ਹੈ ਤੇ ਇਹਦੇ ਤੇ ਟੋਲ ਟੈਕਸ ਹੈ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਭਲੀ ਭਾਂਤ ਕਿ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਨੇ ਪੂਰਾ ਮੋਰਚਾ ਗੱਡਿਆ ਹੋਇਆ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਸਾਰੇ ਟੋਲ ਟੈਕਸ ਜਿਹੜੇ ਬੰਦ ਕਰਵਾਏ ਹੋਏ ਨੇ, ਉਰੇ ਵੀ ਕਿਸਾਨਾਂ ਨੇ ਪੂਰਾ ਮੋਰਚਾ ਗੱਡਿਆ ਹੋਇਆ। ਇੱਥੇ ਵੀ ਠੰਡ ਦੀ ਪ੍ਰਵਾਹ ਨਾ ਕਰਦੇ ਹੋਏ ਕਿਸਾਨ ਬੈਠੇ ਨੇ। ਮੈਂ ਤੁਹਾਨੂੰ ਕੁਝ ਦ੍ਰਿਸ਼ ਦਿਖਾਵਾਂਗਾ ਜੀ, ਉਹਨਾਂ ਨਾਲ ਆਪਾਂ ਗੱਲਾਂ ਵੀ ਸਾਂਝੀਆਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੰਨੇ ਦਿਨ ਹੋ ਗਏ ਜੀ ਤੁਹਾਨੂੰ ਉਰੇ ਬੈਠਿਆਂ ਨੂੰ? ਉਰੇ ਬੈਠੇ ਨੂੰ 2.5 ਪੌਣੇ 3 ਮਹੀਨੇ ਹੋ ਗਏ ਜੀ ਤਕਰੀਬਨ ਬੈਠਿਆਂ ਨੂੰ ਜੀ। ਤੇ ਠੰਡ ਕਿੱਦਾਂ ਜੀ? ਠੰਡ ਤਾਂ ਬਥੇਰੀ ਆ ਜੀ, ਵੈਸੇ ਚਲੋ ਠੰਡ ਤਾਂ ਰੱਬ ਨੇ ਕਰੀ ਆ, ਕੋਈ ਗੱਲ ਨਹੀਂ, ਝੱਲ ਲੈ ਆਪਣੇ ਹੱਡਾਂ ਪਰ, ਵਧੀਆ ਗੱਲ ਹੈ ਜੀ। ਸੋ ਸਰਕਾਰ ਜਿਹੜੀ ਹੈ ਉਹ ਆਪਣੇ ਰਵੱਈਏ ਤੇ ਉਸੇ ਤਰ੍ਹਾਂ ਬਰਕਰਾਰ ਹੈ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਸਰਕਾਰ ਨੂੰ? ਹਾਂਜੀ, ਮੈਂ ਪਹਿਲਾਂ ਤਾਂ ਤੁਹਾਡੇ ਏਸ਼ੀਆ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਕਿ ਕਿਸਾਨਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਇੱਕ ਆਪਣਾ ਨਿਮਾਣੀ ਜੀ ਕੋਸ਼ਿਸ਼ ਕਰਦੀ ਆ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਦੂਜਾ, ਮੋਦੀ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਗੁਰੂ ਦੇ ਸਿੱਖ ਪੰਜਾਬ ਤੋਂ ਗੁਰੂ ਦੇ ਸਿੱਖ ਗਏ ਨੇ, ਬਾਬੇ ਨਾਨਕ ਦੇ ਸਿੱਖ ਗਏ ਨੇ ਅਤੇ ਸਾਡੀਆਂ ਹੋਰ ਕੌਮਾਂ ਵੀ ਗਈਆਂ ਨੇ। ਇਹ ਭਾਰਤੀ ਕਿਸਾਨ ਯੂਨੀਅਨ ਦਾ ਜਿਹੜਾ ਇਹ ਅੰਦੋਲਨ ਹੈ, ਇਹ ਕਿਸੇ ਪਾਰਟੀ ਦਾ ਅੰਦੋਲਨ ਨਹੀਂ ਹੈਗਾ, ਇਹ ਹਰੇ ਝੰਡੇ ਥੱਲੇ ਲੜਿਆ ਜਾ ਰਿਹਾ। ਮੋਦੀ ਨੂੰ ਇੱਕ ਦਿਨ ਇਸ ਹਰੇ ਝੰਡੇ ਮੂਹਰੇ ਹਾਰਨਾ ਪੈਣਾ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਅਸੀਂ ਜਿਹੜੀ ਜਨਤਾ ਹੈ ਉਹ ਰਾਜੇ ਦੀ ਪ੍ਰਜਾ ਹੁੰਦੀ ਹੈ, ਪ੍ਰਜਾ ਜਿਹੜੀ ਆ ਉਹ ਬੱਚੇ ਹੁੰਦੇ ਨੇ। ਆਪਣੇ ਬੱਚਿਆਂ ਨੂੰ, ਆਪਣੇ ਮਾਵਾਂ ਨੂੰ, ਆਪਣੇ ਬਾਪਾਂ ਨੂੰ, ਆਪਣੇ ਭਰਾਵਾਂ ਨੂੰ ਮੋਦੀ ਜੀ ਨਾ ਤੁਸੀਂ ਠੰਡ ਵਿੱਚ ਮਾਰੋ, ਕਿਉਂਕਿ ਮਨੁੱਖਤਾ ਦੇ ਭਲੇ ਦੇ ਵਿੱਚ ਹੀ ਭਲਾ ਹੈ ਅਤੇ ਕਿਸਾਨ ਇੱਕ ਭਗਵਾਨ ਹੈ, ਇਸ ਭਗਵਾਨ ਨੂੰ ਠੰਡ ਵਿੱਚ ਨਾ ਮਾਰੋ। ਸਾਡੀ ਮੋਦੀ ਸਾਹਿਬ ਨੂੰ ਇਹ ਅਪੀਲ ਆ ਕਿ ਜਲਦੀ ਤੋਂ ਜਲਦੀ ਉਹ ਸਾਡੀਆਂ ਮੰਗਾਂ ਨੂੰ ਮੰਨਣ ਅਤੇ ਕਾਲੇ ਕਾਨੂੰਨ ਨੂੰ ਰੱਦ ਕਰਨ। ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਜੋ ਬੋਲੇ ਸੋ ਨਿਹਾਲ। ਸੋ ਤੁਸੀਂ ਸੁਣੀ ਲਿਆ ਕਿ ਕਿਸਾਨ ਆਪਣੇ ਜਿਹੜੇ ਅੰਦੋਲਨ ਦੇ ਵਿੱਚ ਪੂਰੇ ਹੀ ਡਟੇ ਹੋਏ ਨੇ, ਠੰਡ ਦੀ ਕੋਈ ਪਰਵਾਹ ਨਹੀਂ ਹੈ। ਉਰੇ ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਸਾਰੇ ਹੀ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਨੇ। ਪਿਛਲੇ 2.5-3 ਮਹੀਨਿਆਂ ਤੋਂ ਇਹ ਟੋਲ ਟੈਕਸ ਬੰਦ ਕਰਾਇਆ ਹੋਇਆ ਤੇ ਇੱਥੇ ਹੀ ਠੰਡ ਦੇ ਵਿੱਚ ਬੈਠੇ ਨੇ। ਨਾਲ ਤੋਂ ਸਰਹੰਦ ਨਹਿਰ ਵੀ ਨਿਕਲਦੀ ਹੈ, ਪਰ ਠੰਡ ਦੀ ਪਰਵਾਹ ਕਰੇ ਬਗੈਰ ਕਿਸਾਨ ਹੈ ਜਿਹੜੇ ਉਹ ਆਪਣੇ ਅੰਦੋਲਨ ਨੂੰ ਸ਼ਾਂਤੀਪੂਰਵਕ ਬਿਲਕੁਲ ਜਾਰੀ ਰੱਖਿਆ ਹੋਇਆ ਜੀ। ਹੀਰ ਸਾਹਿਬ, ਇਹ ਆਪਣੇ ਰਿਪੋਰਟਰ ਆ ਮੁੰਡਾ ਓਂਕਾਰ ਸਿੰਘ, ਉੱਥੇ ਜਿਹੜੇ ਕਵਰੇਜ ਵਾਸਤੇ ਗਏ ਹੋ ਆ। ਹਾਂਜੀ। ਤੇ ਉਹਨਾਂ ਨੇ ਭੇਜਿਆ ਸੀਗਾ ਜੀ ਆਪਾਂ ਨੂੰ, ਇਸ ਕਰਕੇ ਹੁਣ ਆਪਾਂ ਨੂੰ ਇਹ ਰਿਪੋਰਟ ਜਿਹੜੀ ਸਾਂਝੀ ਕੀਤੀ ਆ, ਉਹ ਡੇਲੀ ਉਹ ਕੁਛ ਨਾ ਕੁਛ ਸਾਨੂੰ ਉੱਥੇ ਦਾ ਜਿਹੜੀ ਅਪਡੇਟ ਹੋਇਆ ਕਰੂਗੀ ਉਹ ਭੇਜਦੇ ਰਿਹਾ ਕਰਨਗੇ। ਬਿਲਕੁਲ ਠੀਕ ਹੈ ਜੀ। ਸੋ ਧੰਮ ਸਾਹਿਬ, ਅਗਲਾ ਆਪਾਂ ਹੁਣ ਜਿਹੜੀ ਕਰੋਨਾ ਦੀ ਅਪਡੇਟ ਹੈ ਜੋ ਕੋਵਿਡ-19 ਦੀ ਜੀ ਉਹ ਸਾਂਝੀ ਕਰੀਏ। ਅਲਵਰਟਾ ਦੇ ਵਿੱਚ ਅੱਜ ਨਵੇਂ ਕੇਸ ਜਿਹੜੇ ਦਰਜ ਹੋਏ ਆ ਜੀ ਉਹ 1021 ਹੋਏ ਆ। ਠੀਕ ਹੈ ਜੀ। ਜਿਸ ਦੇ ਨਾਲ ਟੋਟਲ ਜਿਹੜੇ ਕੇਸ ਹੈ ਹਲੇ 92,480 ਹੋ ਚੁੱਕੇ ਆ ਹੀਰ ਸਾਹਿਬ। ਠੀਕ ਹੈ ਜੀ। ਤੇ ਜੇ ਆਪਾਂ ਗੱਲ ਕਰੀਏ ਰਿਕਵਰਡ ਜਿਹੜੇ ਹੋ ਗਏ ਆ, ਤੰਦਰੁਸਤ ਹੋ ਗਿਆ ਕੇਸ, ਹਾਂਜੀ, ਉਹ 73,298 ਜੀ। ਹਾਂਜੀ। ਤੇ ਹੁਣ ਤੱਕ ਜਿਹੜੀਆਂ ਮੌਤਾਂ ਆ ਉਹ 871 ਹੋ ਚੁੱਕੀਆਂ। ਜੇ ਐਕਟਿਵ ਕੇਸਾਂ ਦੀ ਗੱਲ ਕਰੀਏ ਹੁਣ, ਹਾਂਜੀ, 18,311 ਦੱਸੇ ਜਾਂਦੇ ਆ। ਠੀਕ ਹੈ ਜੀ। ਇੱਦਾਂ ਹੀ ਹਸਪੀਟਲ ਦੇ ਵਿੱਚ ਜਿਹੜੇ ਦਾਖਲ ਆ ਜੀ ਉਹ 802 ਆ। ਠੀਕ ਹੈ। ਤੇ ICU ਦੇ ਵਿੱਚ ਜਿਹੜੇ ਆ ਉਹ 152 ਦਾਖਲ ਇਸ ਲਈ ਹੈਗੇ ਆ ਜੀ। ਠੀਕ ਹੈ। ਤੇ ਆਪਾਂ ਅਰਦਾਸ ਕਰਾਂਗੇ ਗੁਰੂ ਮਹਾਰਾਜ ਅੱਗੇ ਸੱਚੇ ਪਾਤਸ਼ਾਹ ਵੀ ਇਹਨਾਂ ਨੂੰ ਤੰਦਰੁਸਤੀ ਦੇਣ। ਬਿਲਕੁਲ। ਤੇ ਅੱਗੇ ਨਾਲੋਂ ਵੈਸੇ ਫਰਕ ਪੈ ਰਿਹਾ ਕੇਸਾਂ ਦਾ ਜੀ। ਕੇਸ ਧਾਮੀ ਸਾਹਿਬ ਥੱਲੇ ਆ ਗਏ, ਪਰ ਜਿਹੜੀ ICU ਦੀ ਹੈਗੀ ਆ ਉਹ ਇੱਕ ਤਾਂ ਵਧੇ ਆ ਜੀ। ਹਾਂਜੀ, ਉਹ ਵੱਧ ਗਈ। ਜਿਹੜੀਆਂ ਡੈਥਸ ਆ ਉਹ ਵੱਧ ਰਹੀਆਂ। ਉਹ ਦਿਨ ਬ ਦਿਨ
ਡੈਥਸ ਕੇਸ ਜ਼ਿਆਦਾ ਵੱਧ ਰਹੇ। ਹਾਂਜੀ, ਕਿਉਂਕਿ ਲਾਕਡਾਊਨ ਤੋਂ ਜਿਹੜਾ ਮੈਂ ਤੁਹਾਨੂੰ ਆਪਣੀ ਪਰਸਨਲ ਸੋਚ ਦੱਸਦਾ ਕਿ ਮੈਨੂੰ ਸੀਗਾ ਕਿ ਜਿੱਦਣ ਲਾਕਡਾਊਨ ਹੋਇਆ ਤੋਂ 10 ਦਿਨ ਬਾਅਦ ਜਿਹੜਾ ਆ ਉਹ ਪ੍ਰੋਪਰ ਪਤਾ ਲੱਗੂਗਾ ਕਿ ਕੇਸ ਕਿੰਨੇ ਕੁ ਘਟ ਰਹੇ ਆ, ਕਿਉਂਕਿ ਜਿਹੜੇ ਇਹਦੇ ਲੱਛਣ ਆ ਉਹ 8 ਤੋਂ 10 ਦਿਨ ਤੱਕ ਵੀ ਜਿਹੜੇ ਆ ਉਹ ਸਾਹਮਣੇ ਆਉਂਦੇ ਆ। ਠੀਕ ਹੈ ਜੀ। ਸੋ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਵੀ ਕਹਿ ਲਓ ਵੀ ਲਾਕਡਾਊਨ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਜੀ, ਤੇ 1000 ਕੇਸ ਆ ਗਾਂ ਹੌਲੀ ਹੌਲੀ ਮੈਨੂੰ ਲੱਗਦਾ ਕਿ ਆਪਾਂ ਜਿਹੜਾ ਹੋਰ ਇਹਨਾਂ ਨੂੰ ਥੱਲੇ ਲੈ ਕੇ ਜਾਵਾਂਗੇ ਜੀ। ਜੀ, ਤੇ ਸਾਡੀ ਤਾਂ ਇਹੀ ਆ, ਪ੍ਰਮਾਤਮਾ ਅੱਗੇ ਅਰਦਾਸ ਹੈ ਜੀ, ਸਾਰੇ ਆਪਣਾ ਜਿਹੜਾ ਆਪਣਾ ਮਤਲਬ ਘਰਾਂ ਨੂੰ ਤੰਦਰੁਸਤ ਹੋ ਕੇ ਆਉਣ। ਬਿਲਕੁਲ। ਤੇ ਤੁਹਾਡਾ ਪਰਿਵਾਰ ਜਿਹੜਾ ਹੈ ਉਹੀ ਤੁਹਾਡਾ ਸੰਸਾਰ ਹੈ, ਮੈਂ ਰੋਜ਼ ਕਹਿੰਦਾ। ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਤੇ ਜਿਹੜੀਆਂ ਸਰਕਾਰ ਦੀਆਂ ਹੈਗੀਆਂ ਹਦਾਇਤਾਂ ਉਹਨਾਂ ਨੂੰ ਐਨ ਪ੍ਰੋਪਰ ਐਨ ਪਾਲਣ ਕਰੋ ਤਾਂ ਕਿ ਆਪਾਂ ਇਹ ਜਿਹੜੀ ਨਾਮਰਾਦ ਬਿਮਾਰੀ ਹੈ ਤੋਂ ਆਪਾਂ ਛੁਟਕਾਰਾ ਪਾ ਸਕੀਏ ਜੀ। ਦੇਖੋ ਹੁਣ ਸਰਕਾਰ ਹਰ ਤਰ੍ਹਾਂ ਦਾ ਉਪਰਾਲਾ ਤਾਂ ਕਰ ਰਹੀ ਆ, ਹਾਂਜੀ, ਪਰ ਲੋਕਾਂ ਤੇ ਹੁਣ ਜਿੰਨਾ ਵੀ ਹੋ ਸਕਦਾ ਆ ਉਹਦਾ ਅਸਰ ਵੀ ਹੋ ਰਿਹਾ। ਬਿਲਕੁਲ, ਕਿਉਂਕਿ ਕੰਮਾਂ ਕਾਰਾਂ ਤੇ ਵੀ ਸਾਰਿਆਂ ਨੇ ਜਾਣਾ ਹੀ ਆ। ਹਾਂਜੀ, ਤੇ ਭਾਵੇਂ ਜਿੱਦਾਂ ਮਰਜ਼ੀ ਆ ਕੁਛ ਵੀ ਆ, ਪਰ ਇਹ ਆ ਵੀ ਜਿੰਨੀਆਂ ਹਦਾਇਤਾਂ ਉਹਦੀ ਵੀ ਪਾਲਣਾ ਕਰੀ ਜਾਓ ਤੇ ਪ੍ਰੀਕਾਸ਼ਨਸ ਵੀ ਰੱਖੋ। ਬਿਲਕੁਲ ਜੀ। ਹੁਣ ਧਾਮੀ ਸਾਹਿਬ ਜੇ ਆਪਾਂ ਦੇਖੀਏ ਸਰਕਾਰ ਹੁਣ ਲਾਕਡਾਊਨ ਵੀ ਕਰੀ ਜਾਂਦੀ ਆ, ਸਾਨੂੰ ਵਿੱਤੀ ਸਹਾਇਤਾ ਵੀ ਦਿੰਦੀ ਆ, ਜਿੰਨੇ ਬਿਜ਼ਨਸ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਪੈਕੇਜ ਦੇ ਰਹੀ ਆ। ਸੋ ਹੋਰ ਆਪਾਂ ਸਰਕਾਰ ਤੋਂ ਹੁਣ ਕੀ ਭਾਲਦੇ ਆ, ਬਾਕੀ ਤਾਂ ਹੁਣ ਸਾਨੂੰ ਆਪ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਜੀ। ਜੀ ਜੀ ਜੀ। ਤੇ ਧੰਨਵਾਦ ਕਰਦੇ ਆ ਜੀ ਸਾਰੇ ਬਿਜ਼ਨਸਮੈਨ ਭੈਣਾਂ ਭਰਾਵਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਅਸੀਂ ਕਰਦੇ ਆ। ਤੇ ਉਮੀਦ ਪੂਰੀ ਆ ਵੀ ਗਾਂ ਵੀ ਤੁਸੀਂ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹੋਗੇ। ਹਾਂਜੀ, ਕਿਉਂਕਿ ਸਾਡਾ ਕੰਪੀਟੀਸ਼ਨ ਕੋਈ ਨਹੀਂ ਕਿਸੇ ਨਾਲ। ਹਾਂਜੀ, ਬਿਲਕੁਲ। ਅਸੀਂ ਤਾਂ ਆਪਣਾ ਜਿੰਨੇ ਜੋਗੇ ਕਰ ਸਕਦੇ ਆ ਡੇਲੀ ਅਸੀਂ ਕਰ ਲਈਦਾ। ਹਾਂਜੀ, ਤੇ ਬਾਕੀ ਇਹ ਆ ਵੀ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਇਸ਼ਤਿਹਾਰ ਦੇਣਾ ਚਾਹੁੰਦੇ ਆ, ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ। ਮੇਰਾ ਨੰਬਰ 403 472 3000 ਹੈ ਜੀ। ਠੀਕ ਹੈ ਭਾਜੀ। ਤੇ ਹੁਣ ਆਪਾਂ ਲਈਏ ਆ ਗਿਆ ਜੀ। ਬਿਲਕੁਲ ਬਿਲਕੁਲ ਧੰਮ ਸਾਹਿਬ। ਖੁਸ਼ ਰਿਹਾ ਕਰੋ, ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਸਾਰਾ ਕੁਝ ਇੱਥੇ ਹੀ ਆ। ਹਾਂਜੀ, ਆਪਾਂ ਸੋਚਦੇ ਆ ਕਈ ਵਾਰੀ ਵੀ ਫਲਾਨਾ ਇਦਾਂ ਆ, ਉਹ ਹੋ ਗਿਆ। ਬਿਲਕੁਲ, ਆਪਣੇ ਆਪ ਦੇ ਵਿੱਚ ਰਹਿਣਾ ਚਾਹੀਦਾ ਮੇਰੇ ਖਿਆਲ ਨਾਲ। ਕਿਸੇ ਦੀ ਕੋਈ ਪਰਵਾਹ ਨਾ ਕਰੋ ਕੀ ਹੋ ਰਿਹਾ ਕੀ ਨਹੀਂ। ਸਹੀ ਗੱਲ ਹੈ ਜੀ। ਠੀਕ ਹੈ ਨਾ ਜੀ। ਬਿਲਕੁਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।